ਦੱਸਦੇ ਚੱਲੀਏ ਦੋਸਤੋ, ਵੀਡੀਓ ਇੱਕ ਚੀਜ਼ ਜ਼ੇਨ ਦੇ ਵਿੱਚ ਰੱਖਿਓ ਕਿ 90% 95% ਕਬੂਤਰਬਾਜ਼ ਕਬੂਤਰ ਪਰਵਰ ਦੋਸਤ ਹਜ਼ਰਾਤ ਇਹ ਗਲਤੀ ਕਰ ਰਹੇ ਨੇ। ਕਿਆ ਇਹ ਗਲਤੀ ਤੁਸੀਂ ਵੀ ਕਰ ਰਹੇ ਹੋ? ਉਹ ਕਿਹੜੀ ਗਲਤੀ ਹੈ ਦੋਸਤੋ? ਜਿਹੜਾ ਦੋਸਤ ਅੱਗੇ ਵੀਡੀਓ ਦੇਖ ਪੁਰਾਣਾ ਪਰਿੰਦਿਆਂ ਨਾਲ ਮੁਹੱਬਤ ਕਰਦੇ ਨੇ ਨਾ, ਉਹ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਉਹ ਨਹੀਂ, ਉਹ ਯਾਰ ਇਹਨਾਂ ਤੋਂ ਕਿੱਥੋਂ ਲੱਗੀ ਹੋ ਜਾਂਦੀ। ਤੇ ਇਹ ਉਹਨਾਂ ਨੂੰ ਜ਼ਰਾ ਦੱਸੋ ਕਿ ਮੁਹੱਬਤ ਇਹਨਾਂ ਨਾਲ ਪਿਆਰ ਆਪਣੀ ਜਗ੍ਹਾ ਹੈ, ਲੇਕਿਨ ਇਹਨਾਂ ਤੋਂ ਜਿਹੜੀ ਐਲਰਜੀ ਹੈ ਨਾ ਇਹ ਹੁੰਦੀ ਹੈ, ਔਰ ਇਹਨੂੰ ਮੰਨੋ। ਔਰ ਆਕਾ ਭਾਈ ਦੇਖੋ, ਬੜੀ ਮਜ਼ੇਦਾਰੀ ਦੀ ਗੱਲ ਹੈ ਕਿ ਤੁਹਾਡੇ ਇਸ ਪੁਆਇੰਟ ਨੂੰ ਮੈਂ ਵੀਡੀਓ ਦੇ ਸਟਾਰਟ 'ਚ ਹੀ ਕਵਰ ਕੀਤਾ ਸੀ ਕਿ ਤੁਹਾਨੂੰ ਤੁਹਾਡੇ ਕਬੂਤਰ ਬੜੇ ਪਿਆਰੇ ਨੇ, ਲੇਕਿਨ ਯਾਦ ਰੱਖੋ ਤੁਸੀਂ ਵੀ ਆਪਣੇ ਘਰਦਿਆਂ ਨੂੰ ਔਰ ਆਪਣੇ ਚਾਹਣ ਵਾਲਿਆਂ ਨੂੰ ਬੜੇ ਪਿਆਰੇ ਹੋ। ਤੇ ਅਰਖਾਹੀ ਵਾਸਤੇ ਦੋਸਤੋ ਮੇਰਾ ਇੱਕ ਕੰਮ ਹੈ, ਮੈਂ ਇਹਨੂੰ ਕਿਸ ਤਰ੍ਹਾਂ ਬੁਰਾ ਕਹਿ ਸਕਣਾ? ਮੈਂ ਇਹਨੂੰ ਕਿਵੇਂ ਤੁਹਾਨੂੰ ਕਹਿ ਸਕਣਾ ਕਿ ਤੁਸੀਂ ਛੱਡ ਦਿਓ, ਇਹ ਨਾ ਹੋਏ ਇੰਜ ਨਾ ਇੰਜ ਨਾ? ਨਹੀਂ ਦੋਸਤੋ, ਕੋਈ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਮੈਂ ਤੁਹਾਨੂੰ ਅਗਾਹ ਕਰ ਰਿਹਾ ਕਿ ਅਗਰ ਕਿਸੇ ਨੂੰ ਹੈ ਉਹ ਆਪਣਾ ਬਚਾਓ ਕਰੋ। ਆਕਾ ਭਾਈ ਕਿਉਂਕਿ ਜਦੋਂ ਗੱਲ ਵੱਧ ਜਾਣੀ, ਉਹ ਕੀ ਗੱਲ ਫਲਾਣਿਆ ਮੁਖਤਾਰਿਆ ਗੱਲ ਵੱਧ ਗਈ। ਆਕਾ ਭਾਈ ਇਹਦੇ ਜਦੋਂ ਮੁਖਤਾਰੇ ਦੀ ਗੱਲ ਵੱਧ ਜਾਣੀ ਹੈ ਨਾ, ਫਿਰ ਕਿਸੇ ਹਸਪਤਾਲ ਨੇ ਹੱਥ ਨਹੀਂ ਪਾਣਾ। ਠੀਕ ਹੈ ਭਾਈ, ਤੇ ਸਭ ਤੋਂ ਅੱਲਾਹ ਖਤਰਨਾਕ। ਤੁਹਾਨੂੰ, ਔਰ ਮੈਂ ਵੀਡੀਓ ਦੇ ਆਗਾਜ਼ 'ਚ ਵੀ ਦੱਸਿਆ ਹੈ ਕਿ ਇਹ ਬਿਮਾਰੀ ਸਿਰਫ ਉਹਨਾਂ ਲੋਕਾਂ ਨੂੰ ਹੁੰਦੀ ਹੈ ਆਕਾ ਭਾਈ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਓਵਰ ਰਿਐਕਟ ਕਰਦਾ ਹੈ। ਜਿਹੜੇ ਬੜੇ ਛੂਈ ਮੂਈ ਬੜੇ ਹਸਾਸ ਤਬੀਅਤ ਦੇ ਲੋਕ ਹੁੰਦੇ ਨੇ ਨਾ ਦੋਸਤੋ, ਇਹ ਬਿਮਾਰੀ ਉਹਨਾਂ ਨੂੰ ਲੱਗਦੀ ਏ। ਹਾਂ ਵੇਖ ਲਵੋ, ਮੇਰੇ ਕੋਲ ਵੀ ਤੁਹਾਡੇ ਕੋਲ ਵੀ ਸਾਰੇ ਪਾਕਿਸਤਾਨ ਕੋਲ ਹੀ ਸਬੂਤ ਨੇ ਕਿ ਆ ਬੰਦਾ ਸੌਂਦਾ ਵੀ ਖੁੱਡੇ 'ਚ ਰਿਹਾ, ਖਾਂਦਾ ਪੀਂਦਾ ਵੀ ਖੁੱਡੇ 'ਚ ਰਿਹਾ। ਠੀਕ ਹੈ, ਇਹਨੇ 70 ਸਾਲ ਖੁੱਡੇ 'ਚ ਕੱਢ ਛੱਡੇ ਨੇ। ਠੀਕ ਹੈ, ਇਹ ਗੱਲ 2 ਦਫਾ ਹੋ ਚੁੱਕੀ। ਹਾਂ, ਮੰਨਣ ਵਾਲਿਆਂ ਨੇ ਇਸ ਪਾਸੇ ਆਣਾ ਹੀ ਨਹੀਂ ਹੈ ਕਿ ਇੰਜ ਹੁੰਦਾ। ਲੇਕਿਨ ਗੱਲ ਪਤਾ ਕੀ ਆ ਆਕਾ ਭਾਈ, ਦੇਖੋ ਸਿਗਰਟਾਂ ਦੇ ਮੁਤਲਕ ਵੀ ਇਹੀ ਕਿਹਾ ਜਾਂਦਾ ਹੈ ਕਿ ਸਿਗਰਟਾਂ ਦੇ ਨਾਲ ਉਹ ਫਲਾਣਾ 50 ਸਾਲਾਂ ਦਾ ਪੀਂਦਾ ਉਹਨੂੰ ਨਹੀਂ ਕੈਂਸਰ ਹੋ ਗਿਆ। ਠੀਕ ਹੈ, ਲੇਕਿਨ ਆਕਾ ਭਾਈ ਤੁਹਾਨੂੰ ਇਸ ਗੱਲ ਦਾ ਪਤਾ ਹੈ ਨਾ ਕਿ ਗਿਣੇ ਚੁਣੇ ਉਹ ਬੰਦਿਆਂ ਦੇ ਨਾਂ ਤੁਹਾਡੇ ਵੀ। ਜੀ ਮੋਹਸਨ ਭਾਈ, ਕੀ ਹਾਲ ਚਾਲ ਹੈ? ਸਭ ਖੈਰੀਅਤ ਜੀ? ਜੀ ਅੱਲਾ ਦਾ ਬੜਾ ਸ਼ੁਕਰ ਜੀ। ਲੋ ਜੀ ਦੋਸਤੋ, ਅੱਜ ਤੁਹਾਨੂੰ ਇੱਕ ਐਸੀ ਵੀਡੀਓ ਦਾ ਜਿਹੜਾ ਨਾ ਉਹ ਵੇਖਣ ਨੂੰ ਮਿਲੇਗੀ ਜਿਹਦੇ ਵਿੱਚ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਕਬੂਤਰਾਂ ਦੇ ਨਾਲ ਰਿਲੇਟਡ ਕਿਹੜੀ ਐਸੀ ਬਿਮਾਰੀ ਹੈ ਜਿਹਦਾ ਇਨਸਾਨਾਂ ਨੂੰ ਵੀ ਇੱਕ ਜਾਨੀ ਨੁਕਸਾਨ ਹੋ ਸਕਦਾ ਹੈ। ਤੇ ਇਹ ਐਸੀ ਵੀਡੀਓ ਹੈ ਜਿਹੜੀ ਤੁਹਾਨੂੰ YouTube ਦੇ ਉੱਤੇ, TikTok ਦੇ ਉੱਤੇ ਅੱਜ ਤੱਕ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ ਹੋਏਗੀ। ਬਹੁਤ ਹੀ ਤੁਹਾਡੇ ਨੌਲੇਜ ਵਾਲੀ ਵੀਡੀਓ ਹੋਏਗੀ ਦੋਸਤੋ, ਸ਼ਰਤ ਇਹ ਹੈ ਕਿ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ। ਤੇ ਹਾਂਜੀ ਮੋਹਸਨ ਭਾਈ। ਜੀ ਆਕਾ ਭਾਈ ਬਿਲਕੁਲ, ਤੁਸੀਂ ਬੜਾ ਅੱਛਾ ਜਿਹੜਾ ਨਾ ਉਹ ਤਾਰੁਫ ਦਿੱਤਾ ਹੈ। ਠੀਕ ਹੈ, ਔਰ ਇਹ ਮੇਰੇ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਨੇ ਉਮਰਾਂ ਕੱਢੀਆਂ ਨੇ ਜਾਂ ਉਮਰਾਂ ਕੱਢਣ ਦੇ ਇਰਾਦੇ ਨੇ, ਉਹਨਾਂ ਦੇ ਕਬੂਤਰਬਾਜ਼ੀ 'ਚ, ਕਬੂਤਰ ਪਰਵਰੀ 'ਚ, ਕਬੂਤਰ ਉਡਾਨ 'ਚ, ਕਬੂਤਰ ਬਰੀਡ ਕਰਾਉਣ 'ਚ, ਔਰ ਜਿਨ੍ਹਾਂ ਨੂੰ ਆਪਣੇ ਕਬੂਤਰ ਇੰਜ ਪਿਆਰੇ ਨੇ, ਇਹ ਉਹਨਾਂ ਦੋਸਤਾਂ ਵਾਸਤੇ ਵੀਡੀਓ ਹੈ। ਦੋਸਤੋ ਗੱਲ ਪਤਾ ਕੀ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਕਬੂਤਰ ਪਿਆਰੇ ਨੇ ਦੋਸਤੋ, ਇਸੇ ਤਰ੍ਹਾਂ ਤੁਸੀਂ ਆਪਣੇ ਘਰਦਿਆਂ ਨੂੰ ਪਿਆਰੇ ਹੋ। ਠੀਕ ਹੈ, ਆਪਣੇ ਚਾਹਣ ਵਾਲਿਆਂ ਨੂੰ ਪਿਆਰੇ ਹੋ। ਤੁਹਾਡੀ ਜਾਨ ਵੀ ਬਹੁਤ ਜ਼ਿਆਦਾ ਕੀਮਤੀ ਹੈ। ਔਰ ਕਹਿੰਦੇ ਨੇ ਜੀ ਆਕਾ ਭਾਈ, ਜਾਨ ਨੇ ਤੇ ਜਹਾਨ ਨੇ, ਬਾਕੀ ਚੀਜ਼ਾਂ ਦੇ ਫਿਰ ਜਿਹੜੀਆਂ ਨੇ ਨਾ ਉਹ ਸਾਰੀਆਂ ਸਾਨਵੀ ਹਸੀਅਤ ਰੱਖਦੀਆਂ। ਤੇ ਆਕਾ ਭਾਈ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋਏ ਤੇ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਕੋਸ਼ਿਸ਼ ਕਰਾਂਗਾ ਕਿ ਲੋਕਾਂ ਨੂੰ ਦੇ ਦਾਂ। ਔਰ ਇਬਤਦਾ 'ਚ ਹੀ ਮੈਂ ਦੱਸ ਦਾਂਗਾ ਕਿ ਦੋਸਤੋ ਆਈ ਐਮ ਨਾਟ ਅ ਡਾਕਟਰ, ਮੈਂ ਕੋਈ ਡਾਕਟਰ ਨਹੀਂ ਆ, ਮੈਂ ਕੋਈ ਹਕੀਮ ਨਹੀਂ ਆ ਦੋਸਤੋ। ਇਹ ਮੇਰਾ ਨੌਲੇਜ ਹੈ ਜਿਹੜਾ ਕਿ ਜਰਨਲ ਨੌਲੇਜ ਦੇ ਤੌਰ ਤੇ ਮੈਨੂੰ ਪਤਾ ਹੈ। ਬੜਿਆਂ ਲੋਕਾਂ ਨੂੰ ਆਕਾ ਭਾਈ ਪਤਾ ਹੋਏਗਾ, ਉਹਨਾਂ ਨੇ ਨਹੀਂ ਦੱਸਿਆ, ਜਾਂ ਅਕਸਰੀਅਤ ਆਵਾਮ ਨੂੰ 90% ਆਵਾਮ ਨੂੰ ਅਗਾਹੀ ਨਹੀਂ ਹੈ ਭਾਈ ਇਸ ਹਵਾਲੇ ਦੇ ਨਾਲ। ਦੋਸਤਾਂ ਨੂੰ ਦੱਸਦੇ ਚੱਲੀਏ ਦੋਸਤੋ, ਵੀਡੀਓ ਇੱਕ ਚੀਜ਼ ਜ਼ੇਨ ਦੇ ਵਿੱਚ ਰੱਖਿਓ ਕਿ 90% 95% ਕਬੂਤਰਬਾਜ਼ ਕਬੂਤਰ ਪਰਵਰ ਦੋਸਤ ਹਜ਼ਰਾਤ ਇਹ ਗਲਤੀ ਕਰ ਰਹੇ ਨੇ। ਕਿਆ ਇਹ ਗਲਤੀ ਤੁਸੀਂ ਵੀ ਕਰ ਰਹੇ ਹੋ? ਉਹ ਕਿਹੜੀ ਗਲਤੀ ਹੈ ਦੋਸਤੋ? ਜਿਹੜਾ ਦੋਸਤ ਅੱਗੇ ਵੀਡੀਓ ਦੇਖਦਾ ਜਾਏਗਾ ਉਹਨੂੰ ਕਲੀਅਰ ਹੁੰਦੀ ਜਾਏਗੀ। ਆਕਾ ਭਾਈ ਤੁਹਾਡੇ ਸਵਾਲ ਨਾਲ ਵਾਪਸ ਆਨਾ ਵਾ। ਤੁਹਾਡਾ ਸਵਾਲ ਹੈ ਕਿ ਕਿਹੜੀ ਐਸੀ ਬਿਮਾਰੀ ਹੈ ਜਿਹੜੀ ਕਬੂਤਰਾਂ ਨਾਲ, ਸਾਡੇ ਇਹਨਾਂ ਲਾਡ ਪਿਆਰ ਵਾਲਿਆਂ ਕਬੂਤਰਾਂ ਦੇ ਨਾਲ ਰਿਲੇਟਡ ਹੈ ਤੇ ਜਿਹੜੀ ਕਿ ਜਾਨਲੇਵਾ ਵੀ ਹੋ ਸਕਦੀ ਹੈ। ਆਕਾ ਭਾਈ ਬੇਸਿਕਲੀ ਕਾਫੀ ਜ਼ਿਆਦਾ ਬਿਮਾਰੀਆਂ ਨੇ। ਠੀਕ ਹੈ, ਗਰੁੱਪ ਆਫ ਡਿਜ਼ੀਜ਼ਜ਼ ਹੈ, ਕੋਈ ਇੱਕ ਬਿਮਾਰੀ ਜਾਂ ਇੱਕ ਡਿਜ਼ੀਜ਼ ਨਹੀਂ ਹੈ ਜਿਹਨੂੰ ਬੰਦਾ ਆਖੇ ਕਿ ਇਹ ਸਭ ਤੋਂ ਜ਼ਿਆਦਾ ਹੈ। ਹਾਂ, ਅਸੀਂ ਉਹਦੇ ਤੇ ਅੱਜ ਫੋਕਸ ਕਰਾਂਗੇ, ਉਹਦੇ ਤੇ ਗੱਲ ਕਰਾਂਗੇ ਜਿਹੜੀ ਜਾਨਲੇਵਾ ਸਭ ਤੋਂ ਜ਼ਿਆਦਾ ਹੈ ਔਰ ਸਭ ਤੋਂ ਜ਼ਿਆਦਾ ਡੇਂਜਰਸ ਹੈ ਔਰ ਕਾਬਲੇ ਇਲਾਜ ਆਕਾ ਭਾਈ ਨਹੀਂ ਰਹਿੰਦੀ ਹੈ ਬਾਅਦ ਦੇ ਵਿੱਚ। ਔਰ ਉਹ ਦੋਸਤੋ ਬਿਮਾਰੀ ਦਾ ਨਾਂ ਹੈ HP, ਹਾਈਪਰ ਸੈਂਸਿਟਿਵ ਨਿਊਮੋਨਾਈਟਿਸ ਦੋਸਤੋ ਇਹਨੂੰ ਕਿਹਾ ਜਾਂਦਾ ਹੈ। ਉਰਦੂ ਪੰਜਾਬੀ ਵਾਲੇ ਮੇਰੇ ਭਰਾ ਨੇ, ਇਸ ਲਈ ਐਕਸਪਲੇਨ ਕਰਾਂਗਾ ਦੋਸਤੋ। ਬੇਸਿਕਲੀ
ਇਹਨੂੰ ਇੱਕ ਵਿਗੜਿਆ ਹੋਇਆ ਨਮੂਨੀਆ, ਇੱਕ ਵਿਗੜਿਆ ਹੋਇਆ ਦਮਾ ਟਾਈਪ ਦੋਸਤੋ ਤੁਸੀਂ ਚੀਜ਼ ਕਹਿ ਸਕਦੇ ਹੋ। ਔਰ ਦੋਸਤੋ ਮੇਰੀ ਇਹ ਵੀਡੀਓ, ਮੇਰਾ ਚੈਲੰਜ ਹੈ ਕਿ ਕਿਸੇ ਵੀ ਭਰਾ ਡਾਕਟਰ ਨੂੰ, MBBS ਨੂੰ, MD ਨੂੰ, ਜਿਹੜਾ ਮੈਡੀਕਲ ਸਪੈਸ਼ਲਿਸਟ ਹੋਏ ਉਹਨੂੰ ਵਿਖਾਇਓ ਤੇ ਪੁੱਛਿਓ ਕਿ ਕਿਆ ਮੋਹਸਨ ਭਾਈ ਨੇ ਇਹ ਗੱਲਾਂ ਗਲਤ ਕੀਤੀਆਂ ਨੇ। ਦੋਸਤਾਂ ਨੂੰ ਇਹਦੇ ਵਿੱਚ ਯਾਕਬ ਭਾਈ AI ਦੀ ਮਦਦ ਦੇ ਨਾਲ ਮੈਂ ਗੱਲ ਕਰਕੇ ਮਾਈਕਰੋਸਾਫਟ ਕੋਪਾਇਲਟ ਦੇ ਨਾਲ ਤੇ ਉਥੋਂ ਵੀ ਤਸਦੀਕ ਕਰਾਵਾਂਗਾ ਕਿ ਕਿਆ ਮੈਂ ਜੋ ਕੁਝ ਕਿਹਾ ਇਹ ਠੀਕ ਹੈ ਜਾਂ ਨਹੀਂ। ਹੁਣ ਇਹਦਾ ਤਾਰਫ ਆਨੇ ਦਿੰਨੇ ਆ ਆਕਬ ਭਾਈ, ਇਹਦਾ ਤਾਰਫ ਇਹ ਵੇ ਕਿ ਕਬੂਤਰਾਂ ਦੇ ਜਿਹੜੇ ਪੰਖ ਨੇ, ਕਬੂਤਰਾਂ ਦੀਆਂ ਜਿਹੜੀਆਂ ਡ੍ਰੌਪਿੰਗਸ ਨੇ, ਯਾਨੀ ਜਿਹੜੀਆਂ ਇਹਨਾਂ ਦੀਆਂ ਬਿੱਠਾਂ ਨੇ, ਆਕਬ ਭਾਈ ਬਿੱਠਾਂ ਦੇ ਵਿੱਚ ਸਾਲਮੋਨੇਲਾ ਵਾਇਰਸ ਨਿਕਲ ਸਕਦਾ ਹੈ, ਠੀਕ ਹੈ, ਟਾਈਫਾਈਡੀਨੀਅਮ ਨਿਕਲ ਸਕਦਾ ਹੈ, ਬੰਦੇ ਨੂੰ ਟਾਈਫਾਈਡ ਕਰਾ ਸਕਦਾ ਹੈ, ਬੰਦੇ ਨੂੰ ਨਮੂਨੀਆ ਕਰਾ ਸਕਦਾ ਹੈ, ਔਰ ਹੋਰ ਕਈ ਰੈਸਪੀਰੇਟਰੀ ਯਾਨੀ ਸਾਂਸ ਦੀਆਂ ਆਕਬ ਭਾਈ ਬਿਮਾਰੀਆਂ ਹੋ ਸਕਦੀਆਂ ਨੇ ਬੰਦੇ ਨੂੰ। ਲੇਕਿਨ ਸਾਡਾ ਚੋਂਕਿ ਅੱਜ ਫੋਕਸ ਹੈ HP ਤੇ। ਇਹਦੇ 'ਚ ਕੀ ਹੁੰਦਾ ਹੈ ਆਕਬ ਭਾਈ, ਇਹਦੀਆਂ ਅਹਿਮ ਤਰੀਨ ਸਿੰਪਟਮਸ ਇਹ ਨੇ ਕਿ ਬੰਦੇ ਨੂੰ ਅਲਰਜੀ ਹੋ ਜਾਂਦੀ ਹੈ, ਠੀਕ ਹੈ। ਉਹ ਕਬੂਤਰਾਂ ਆਪਣਿਆਂ 'ਚ ਜਾਂਦਾ ਹੈ ਤੇ ਆਕਬ ਭਾਈ ਉਹ ਛਿੱਕਾਂ ਉਹਨੂੰ ਮੁਮਕਨ ਹੈ ਫਸਟ ਸਟੇਜਸ ਜਿਹੜੀਆਂ ਹੁੰਦੀਆਂ ਨੇ ਨਾ ਉਹਦੇ 'ਚ ਮੁਮਕਨ ਹੈ ਕਿ ਉਹਨੂੰ ਛਿੱਕਾਂ ਵਗੈਰਾ ਆਣ, ਠੀਕ ਹੈ। ਆਕਬ ਭਾਈ ਜਿਵੇਂ ਜਿਵੇਂ ਉਹ ਅੱਗੇ ਜਾਂਦਾ ਜਾਏਗਾ ਉਹਨੂੰ ਨਜ਼ਲਾ, ਜ਼ੁਕਾਮ, ਫਲੂ ਇਹ ਚੀਜ਼ਾਂ ਆ ਸਕਦੀਆਂ। ਫਿਰ ਦੋਸਤੋ ਜਦੋਂ ਮਜ਼ੀਦ ਬਿਮਾਰੀ ਥੋੜੀ ਜਿਹੀ ਅੱਗੇ ਜਾਏਗੀ ਔਰ ਉਹਦਾ ਐਕਸਪੋਜ਼ਰ ਯਾਨੀ ਕਿ ਉਹਦਾ ਕਬੂਤਰਾਂ ਦੇ ਵਿੱਚ ਜਾਣਾ ਔਰ ਉਹਨਾਂ ਨੂੰ ਹੈਂਡਲ ਕਰਨਾ ਜਿਵੇਂ ਜਿਵੇਂ ਆਕਬ ਭਾਈ ਵੱਧਦਾ ਜਾਏਗਾ ਨਾ ਤੇ ਫਿਰ ਇਹ ਬਿਮਾਰੀ ਵੀ ਮਜ਼ੀਦ ਪ੍ਰੋਗਰੈਸ ਕਰਦੀ ਜਾਏਗੀ ਔਰ ਇਹਦੀਆਂ ਸਿੰਪਟਮਸ ਫਿਰ ਬਦਲਦੀਆਂ ਜਾਣਗੀਆਂ, ਯਾਨੀ ਇਹਦੀਆਂ ਅਲਾਮਤਾਂ ਫਿਰ ਬਦਲਦੀਆਂ ਜਾਣਗੀਆਂ। ਪਹਿਲਾਂ ਤੁਸੀਂ ਖਾਂਸੀ ਤੱਕ ਸੋ ਖੁਸ਼ਕ ਖਾਂਸੀ ਤੱਕ ਸੋ ਥੋੜੀ ਜਿਹੀ ਐਲਰਜੀ ਹੋ ਜਾਂਦੀ ਸੀ, ਉਸ ਤੋਂ ਬਾਅਦ ਕੀ ਹੋਏਗਾ, ਉਸ ਤੋਂ ਬਾਅਦ ਆਕਬ ਭਾਈ ਨਾਲ ਥਕਾਵਟ ਆਣੀ ਸ਼ੁਰੂ ਹੋਈਏਗੀ, ਤੁਹਾਨੂੰ ਹਲਕਾ ਬੁਖਾਰ ਆਣਾ ਸ਼ੁਰੂ ਹੋਈਏਗਾ, ਤੁਹਾਡਾ ਗਲਾ ਫੜਿਆ ਜਾਣਾ ਸ਼ੁਰੂ ਹੋਈਏਗਾ। ਔਰ ਆਕਬ ਭਾਈ ਜਿਵੇਂ ਕਹੀਦਾ ਨਾ ਯਾਰ ਉੱਥੇ ਉਹ ਫਲਾਣਾ ਬੰਦਾ ਬੈਠਾ ਹੈ ਔਰ ਕੋ ਮੈਨੂੰ ਬੜੀ ਐਲਰਜੀ ਹੈ ਮੈਂ ਉੱਥੇ ਨਹੀਂ ਜਾਣਾ, ਐਸੇ ਤਰ੍ਹਾਂ ਹੀ ਤੁਹਾਡੀ ਬਾਡੀ ਬਣਾਉਣ ਵਾਲੇ ਨੇ ਜਿਹੜਾ ਆਪਣੇ ਆਪ ਨੂੰ ਅਹਸਨੁਲ ਖਾਲਿਕੀਨ ਕਹਿੰਦਾ ਨਾ, ਉਹਨੇ ਬਹੁਤ ਅੱਛੀ ਕਰਕੇ ਬਣਾਈ ਹੈ, ਠੀਕ ਹੈ। ਤੇ ਤੁਹਾਡੀ ਬਾਡੀ ਦੇ ਮੁxtਲਿਫ ਸੈਂਸਰਸ ਨੇ, ਕੈਮਰਾ ਹੈ, ਸੁੰਘਣ ਦੀ ਹਿੱਸੇ, ਟੱਚ ਕਰਨ ਦੀ ਹਿੱਸੇ, ਦੋਸਤੋ ਐਲਰਜੀ ਇਹਨਾਂ ਸਾਰਿਆਂ ਤਰੀਕੇਕਾਰਾਂ ਦੇ ਨਾਲ ਆ ਜਾਂਦੀ ਹੈ। ਔਰ ਜਦੋਂ ਤੁਹਾਡੀ ਬਾਡੀ ਵੇਖਦੀ ਹੈ, ਫੀਲ ਕਰਦੀ ਹੈ ਕਿ ਤੁਸੀਂ ਉਸ ਚੀਜ਼ ਦੇ ਕੋਲ ਹੋ ਜਿਹਨੂੰ ਅਲਰਜਨ ਕਿਹਾ ਜਾਂਦਾ ਹੈ। ਅਲਰਜਨ ਉਹ ਚੀਜ਼ ਹੁੰਦੀ ਹੈ ਦੋਸਤੋ ਜਿਹਦੇ ਤੋਂ ਤੁਹਾਨੂੰ ਐਲਰਜੀ ਹੋ ਰਹੀ ਹੁੰਦੀ ਹੈ। ਦੋਸਤੋ ਜਦੋਂ ਤੁਸੀਂ ਉੱਥੇ ਜਾਂਦੇ ਹੋ, ਐਕਸਪੋਜ਼ ਕਰਦੇ ਰਹਿੰਦੇ ਹੋ ਆਪਣੇ ਆਪ ਨੂੰ, ਬਾਰ-ਬਾਰ ਉੱਥੇ ਬਹਿ ਰਹਿੰਦੇ ਹੋ, ਜ਼ਿਆਦਾ ਟਾਈਮ ਸਪੈਂਡ ਕਰਦੇ ਹੋ ਕਬੂਤਰਾਂ ਦੇ ਵਿੱਚ, ਉਹਦੇ ਨਾਲ ਆਕਬ ਭਾਈ ਫਿਰ ਕੀ ਹੁੰਦਾ, ਫਿਰ ਇਹ ਹੁੰਦਾ ਕਿ ਫਿਰ ਬਿਮਾਰੀ ਨਾ ਬਾਰ-ਬਾਰ ਜਦੋਂ ਇਮਿਊਨ ਸਿਸਟਮ ਰਿਐਕਸ਼ਨ ਕਰਦਾ ਨਾ ਫਿਰ ਉਹ ਓਵਰ ਰਿਐਕਸ਼ਨ ਦੀ ਤਰਫ ਟੁਰ ਜਾਂਦਾ, ਠੀਕ ਹੈ। ਉਹਦੇ ਨਾਲ ਆਕਬ ਭਾਈ ਬੇਸਿਕਲੀ ਇਹ ਕਿੰਝ ਹੋ ਰਿਹਾ, ਤੁਹਾਡੇ ਸਾਹ ਦੇ ਵਿੱਚ ਉਹ ਪੰਖ ਜਾ ਰਹੇ ਨੇ, ਉਹ ਬਰੀਕ ਪਰ ਜਾ ਰਹੇ ਨੇ ਜਿਹੜੇ ਕਿ ਆਮ ਮਾਸਕ ਦੇ ਥਰੂ ਵੀ ਜਾ ਸਕਦੇ ਨੇ, ਠੀਕ ਹੈ। ਤੁਸੀਂ ਅਵਾਇਡ ਕਰਾ ਸਕਦੇ ਹੋ 5-10% ਮਾਸਕ ਦੇ ਥਰੂ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਸਾਰਾ ਜਿਹੜਾ ਨਾ ਉਹ ਤੁਹਾਡਾ ਇਲਾਜ ਹੀ ਮਾਸਕ ਹੈ, ਇੰਜ ਨਹੀਂ ਹੁੰਦਾ। ਅੱਛਾ ਮੋਹਸਨ ਭਾਈ, ਕਾਫੀ ਗੱਲ ਹੋਈ ਹੈ ਇਸ ਬਿਮਾਰੀ ਦੇ ਮੁਤਲਕ, ਤੇ ਜ਼ਰਾ ਨਾ ਯਾਰ ਖਾਸ ਜ਼ਰਾ ਕੋਈ 4 ਤੋਂ 5 ਐਸੀਆਂ ਵਜੂਹਾਤ ਮਤਲਬ ਕਿ ਨਿਸ਼ਾਨੀਆਂ ਦੱਸੋ ਜਿਨ੍ਹਾਂ ਦੇ ਨਾਲ ਕਿਸੇ ਬੰਦੇ ਨੂੰ ਆਸਾਨੀ ਨਾਲ ਪਤਾ ਲੱਗ ਸਕੇ ਕਿ ਭਈ ਆ ਕੀ ਮੈਨੂੰ ਦੱਸਣਾ ਚਾਹ ਰਹੇ ਨੇ ਜਾਂ ਮੇਰੇ ਤੇ ਅਲਾਮਤਾਂ ਸਾਬਤ ਹੋ ਗਈਆਂ ਨੇ ਜਾਂ। ਹਾਂਜੀ ਤੇ ਮੋਹਸਨ ਭਾਈ, ਇਹਦਾ ਆਮ ਐਲਰਜੀ ਨਾਲੋਂ ਕੀ ਫਰਕ ਹੈ? ਐਵੇਂ ਹੀ ਹਰ ਬੰਦਾ ਨਾ ਸਮਝਣਾ ਸ਼ੁਰੂ ਹੋਈਏ ਕਿ ਯਾਰ ਮੈਨੂੰ ਪਤਾ ਨਹੀਂ ਐਲਰਜੀ ਹੋ ਗਈ ਹੈ, ਤੇ ਡਾਕਟਰ ਕੋਲ ਉਹਨੂੰ ਕਦੋਂ ਜਾਣਾ ਚਾਹੀਦਾ, ਇਹਦਾ ਕੀ ਸਹੀ ਬਿਹਤਰ ਹੱਲ ਹੈ? ਆਕਬ ਭਾਈ ਐਲਰਜੀ ਕੋਈ ਵੀ ਹੈ ਨਾ ਤੇ ਔਰ ਤੋਂ ਇਹੀ ਮੁਰਾਦ ਹੁੰਦਾ ਹੈ ਕਿ ਤੁਹਾਡੇ ਜਿਸਮ ਨੂੰ ਉਹ ਚੀਜ਼ ਸਿਖਾਉਂਦੀ ਨਹੀਂ, ਮਾਫਕ ਨਹੀਂ ਆਂਦੀ, ਭੈੜੀ ਲੱਗਦੀ ਹੈ ਔਰ ਤੁਹਾਡਾ ਜਿਹੜਾ ਦਫਾਈ ਨਿਜ਼ਾਮ ਹੈ ਨਾ ਉਹ ਉਹਦੇ ਖਿਲਾਫ ਐਕਟਿਵ ਹੋ ਜਾਂਦਾ ਹੈ। ਇਹਨੂੰ ਹੀ ਐਲਰਜੀ ਕਿਹਾ ਜਾਂਦਾ, ਖਾਓ ਕਿਸੇ ਵੀ ਤਰ੍ਹਾਂ ਦੀ। ਲੇਕਿਨ ਆਮ ਐਲਰਜੀਆਂ ਕੀ ਹੁੰਦੀਆਂ ਨੇ ਭਾਈ? ਡਸਟ ਐਲਰਜੀ, ਪੋਲਨ ਐਲਰਜੀ, ਮਾਈਟ ਐਲਰਜੀ, ਮਤਲਬ ਗੰਦ ਤੋਂ ਐਲਰਜੀ। ਅਕਸਰੀਅਤ ਲੋਕਾਂ ਨੂੰ ਨਾ ਕਾਕਰੋਚ ਨਹੀਂ ਜਿਹੜਾ ਘਰਾਂ 'ਚ ਨਿਕਲਦਾ ਉਹ ਤੋਂ ਵੀ ਐਲਰਜੀ ਹੁੰਦੀ ਹੈ, ਠੀਕ ਹੈ। ਇਹ ਆਮ ਚੀਜ਼ਾਂ ਨੇ ਜਿਹੜੀਆਂ ਆਕਬ ਭਾਈ ਨੈਸ਼ਨਲ ਹੈਲਥ ਸੈਂਟਰ ਹੈ, ਨੈਸ਼ਨਲ ਐਲਰਜੀ ਸੈਂਟਰ ਹੈ ਇਸਲਾਮਾਬਾਦ ਚੱਕ ਸ਼ਦਾਦ 'ਚ, ਤੇ ਮੈਂ ਵੀ ਉੱਥੋਂ ਹੀ ਟ੍ਰੀਟਮੈਂਟ ਲਈ ਸੀ। ਔਰ ਮੈਂ ਇਹ ਵੀ ਦੱਸਦਾ ਚੱਲਾਂ ਕਿ ਆਕਬ ਭਾਈ ਮੈਂ ਆਪ ਵੀ ਜਿਹੜਾ ਨਾ ਉਹ ਇਹਦਾ ਹੀ ਮਰੀਜ਼ ਹਾਂ
ਔਰ ਮੈਂ ਆਪ ਵੀ ਜਿਹੜਾ ਨਾ ਉਹ ਬੜਾ ਕੁਝ ਅਵਾਇਡ ਕਰਨਾ ਵਾ ਬੜੀਆਂ। ਸਾਰੇ ਤੇ ਤੁਸੀਂ ਸੋਚਿਆ ਕਿ ਚਲੋ ਮੈਂ ਵਾਂ ਤੇ ਮੈਂ ਆਪਣੇ ਦੋਸਤਾਂ ਨੂੰ ਵੇਖਣ ਵਾਲਿਆਂ ਨੂੰ ਦੱਸ ਦਵਾਂ ਕਿ ਇਹ ਬਚ ਜਾਣ। ਵੇਖੋ ਭਾਈ, ਕਿਸੇ ਦੀ ਪੇਨ ਲੈਣ ਵਾਸਤੇ ਕਹਿੰਦੇ ਨੇ ਜੀ ਤੁਹਾਨੂੰ ਚੀਜ਼ ਦੇ ਵਿੱਚ ਉਤਰਨਾ ਪੈਂਦਾ ਹੈ। ਤੇ ਆਕਬ ਭਾਈ ਉਸ ਤੋਂ ਚੰਗੀ ਕੋਈ ਗੱਲ ਬੰਦਾ ਨਹੀਂ ਦੱਸ ਸਕਦਾ ਜਿਹੜਾ ਬੰਦਾ ਆਪ ਫਸਿਆ ਹੋਏ, ਠੀਕ ਹੈ। ਔਰ ਇਹਦੇ 'ਚ ਬੜੀ ਅਹਿਮ ਗੱਲ ਪਤਾ ਕੀ ਹੈ ਆਕਬ ਭਾਈ, ਇੱਕ ਸਾਇਲੈਂਟ ਕਿਲਰ ਹੈ। ਹੁਣ ਤੁਹਾਨੂੰ ਪਤਾ ਵੀ ਨਹੀਂ ਹੈ ਕਿ ਯਾਰ ਤੇ ਮੈਨੂੰ ਇਸ ਚੀਜ਼ ਤੋਂ ਅਲਰਜੀ ਹੈ ਜਾਂ ਨਹੀਂ, ਤੁਸੀਂ ਸਮਝਦੇ ਹੋ ਮੈਨੂੰ ਕਿਸੇ ਹੋਰ ਕੰਮ ਤੋਂ, ਇਹ ਕਬੂਤਰਾਂ ਦੇ ਵਿੱਚ ਕੋਈ ਕਿਰਦਾਰ ਨਹੀਂ, ਔਰ ਤੁਸੀਂ ਕਬੂਤਰਾਂ 'ਚ ਆਈ ਜਾਂਦੇ ਹੋ। ਨਾਲੇ ਮੋਹਸਨ ਭਾਈ ਇੱਕ ਹੋਰ ਵੀ ਗੱਲ ਜੇ, ਜਿਹੜੇ ਇਹਨਾਂ ਕਬੂਤਰਾਂ ਨਾਲ ਪਰਿੰਦਿਆਂ ਨਾਲ ਮੁਹੱਬਤ ਕਰਦੇ ਨੇ ਨਾ, ਉਹ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਉਹ ਨਹੀਂ ਉਹ ਯਾਰ ਇਹਨਾਂ ਤੋਂ ਕਿੱਥੋਂ ਅਲਰਜੀ ਹੋ ਜਾਂਦੀ ਹੈ। ਤੇ ਇਹ ਉਹਨਾਂ ਨੂੰ ਜ਼ਰਾ ਦੱਸੋ ਕਿ ਮੁਹੱਬਤ ਇਹਨਾਂ ਨਾਲ ਪਿਆਰ ਆਪਣੀ ਜਗ੍ਹਾ ਹੈ, ਲੇਕਿਨ ਇਹਨਾਂ ਤੋਂ ਜਿਹੜੀ ਅਲਰਜੀ ਹੈ ਨਾ ਇਹ ਹੁੰਦੀ ਹੈ, ਔਰ ਇਹਨੂੰ ਮੰਨੋ। ਔਰ ਆਕਬ ਭਾਈ ਦੇਖੋ, ਬੜੀ ਮਜ਼ੇਦਾਰੀ ਦੀ ਗੱਲ ਹੈ ਕਿ ਤੁਹਾਡੇ ਇਸ ਪੁਆਇੰਟ ਨੂੰ ਮੈਂ ਵੀਡੀਓ ਦੇ ਸਟਾਰਟ 'ਚ ਹੀ ਕਵਰ ਕੀਤਾ ਸੀ ਕਿ ਤੁਹਾਨੂੰ ਤੁਹਾਡੇ ਕਬੂਤਰ ਬੜੇ ਪਿਆਰੇ ਨੇ, ਲੇਕਿਨ ਯਾਦ ਰੱਖੋ ਤੁਸੀਂ ਵੀ ਆਪਣੇ ਘਰਦਿਆਂ ਨੂੰ ਔਰ ਆਪਣੇ ਚਾਹਣ ਵਾਲਿਆਂ ਨੂੰ ਬੜੇ ਪਿਆਰੇ ਹੋ। ਤੇ ਦੋਸਤੋ, ਜਾਨ ਹੈ ਤੇ ਜਹਾਨ ਹੈ, ਜ਼ਿੰਦਗੀ ਦੀ ਜੋ ਕੀਮਤ ਹੈ ਉਹ ਬਾਕੀ ਕਿਸੇ ਚੀਜ਼ ਦੀ ਕੀਮਤ ਉਹ ਨਹੀਂ ਹੋ ਸਕਦੀ ਹੈ। ਮੋਹਸਨ ਭਾਈ ਖਾਸ 2 ਤੋਂ 3 ਜਿਹੜੀਆਂ ਨਿਸ਼ਾਨੀਆਂ ਦੱਸੋ। ਆਕਬ ਭਾਈ ਖਾਸ 2 ਤੋਂ 3 ਨਿਸ਼ਾਨੀਆਂ ਇਹ ਹੀ ਨੇ ਜਦੋਂ ਤੁਹਾਨੂੰ ਜਿਹੜੀਆਂ ਮਹਿਸੂਸ ਹੋਈਆਂ ਸੀ, ਤੁਸੀਂ ਡਾਕਟਰ ਕੋਲ ਗਏ ਤੇ ਤੁਹਾਨੂੰ ਅੱਗੋਂ ਪਤਾ ਲੱਗਾ ਕਿ ਭਾਈ ਮੈਨੂੰ ਇਹ ਐਲਰਜੀ ਹੋ ਚੁੱਕੀ ਹੈ। ਆਕਬ ਭਾਈ ਪਹਿਲੀ ਚੀਜ਼ ਹਰ ਬੰਦੇ ਨੂੰ ਇੱਥੋਂ ਹੀ ਤਕਰੀਬਨ ਆਂਦੀ ਹੈ, ਠੀਕ ਹੈ। ਨੱਕ ਤੇ ਖਾਰਸ਼ ਹੁੰਦੀ ਹੈ ਬੰਦੇ ਨੂੰ ਕਬੂਤਰਾਂ ਦੇ ਵਿੱਚ ਆ ਕੇ ਟਾਈਮ ਗੁਜ਼ਾਰਨ ਦੇ ਨਾਲ। ਜੋ ਹੀ ਆਏਗਾ 10-15 ਮਿੰਟ ਦੇ ਵਿੱਚ ਉਹਦਾ ਸਿਸਟਮ ਐਕਟਿਵ ਹੋਈਏਗਾ, ਉਹਨੂੰ ਖਾਰਸ਼ ਹੋਏਗੀ, ਬਾਰ-ਬਾਰ ਛਿੱਕਾਂ ਆ ਸਕਦੀਆਂ ਨੇ। ਕਈਆਂ ਨੂੰ ਆਕਬ ਭਾਈ ਹਰ ਬੰਦੇ ਦਾ ਇਮਿਊਨ ਸਿਸਟਮ ਵੱਖਰਾ ਰਿਸਪੌਂਸ ਦਿੰਦਾ ਹੈ, ਇੱਕ ਜੈਸਾ ਨਹੀਂ ਦਿੰਦਾ, ਹਰ ਬਾਡੀ ਅਲੱਗ ਬਾਡੀ ਹੈ। ਇਸ ਵਜ੍ਹਾ ਦੇ ਉਤੋਂ ਉਹ ਬੰਦੇ ਦੀਆਂ ਅਲਾਮਤ ਥੋੜੀਆਂ ਫਰਕ ਚ ਹੁੰਦੀਆਂ ਨੇ। ਕਈਆਂ ਨੂੰ ਭਾਈ ਇੰਜ ਦੀ ਐਲਰਜੀ ਹੋਏਗੀ ਕਿ ਉਹਨਾਂ ਨੂੰ ਅੱਖਾਂ ਦਾ ਬੜਾ ਮਸਲਾ ਹੋਏਗਾ, ਅੱਖਾਂ 'ਚੋਂ ਪਾਣੀ, ਬਾਰ-ਬਾਰ ਅੱਖਾਂ 'ਚ ਖਾਰਸ਼, ਅੱਖਾਂ ਖੁਸ਼ਕ, ਉਹਨਾਂ ਦੀਆਂ ਸੁਰਖ ਹੋਈ ਜਾਂਦੀਆਂ ਹੋਣਗੀਆਂ ਇਸ ਤਰ੍ਹਾਂ ਦੇ। ਲੇਕਿਨ ਜਿਹੜੀਆਂ ਭਾਈ ਮੈਨੂੰ ਮੇਨ ਹੋਈਆਂ ਸੀ ਨਾ ਆਕਬ ਭਾਈ, ਉਹ ਸਨ ਨੱਕ ਦੇ ਉੱਤੇ ਖਾਰਸ਼ ਹੋਣਾ ਭਾਈ, ਠੀਕ ਹੈ, ਬਹੁਤ ਜ਼ਿਆਦਾ ਅੰਦਰਲੀ ਸਾਈਡ ਤੇ ਵੀ ਔਰ ਬਾਹਰ ਵੀ ਖਾਰਸ਼ ਹੋਣਾ, ਛਿੱਕਾਂ ਆਣੀਆਂ ਆਕਬ ਭਾਈ ਸਟਾਰਟ ਹੋ ਜਾਂਦੀਆਂ ਨੇ। ਬੰਦੇ ਨੂੰ ਇੰਜ ਲੱਗਦਾ ਮੇਰੀ ਚੈਸਟ ਬੜੀ ਹੈਵੀ ਹੋ ਗਈ ਹੈ, ਬੜੀ ਟਾਈਟ ਹੋ ਗਈ ਹੈ, ਬੰਦ ਹੋ ਗਈ ਹੈ, ਇੰਜ ਜਿਸ ਤਰ੍ਹਾਂ ਕਿ ਮੈਨੂੰ ਨਾ ਦਮਾ ਟਾਈਪ ਹੋਣ ਡਿਆ ਨਾ, ਇਸ ਤਰ੍ਹਾਂ ਦੀਆਂ ਅਲਾਮਤ ਆ ਸਕਦੀਆਂ ਨੇ। ਇਹ ਇਹਦੀਆਂ ਸਟਾਰਟਿੰਗ ਦੀਆਂ ਅਲਾਮਤ ਨੇ। ਬਾਅਦ ਚ ਆਕਬ ਭਾਈ ਕੀ ਹੁੰਦਾ, ਜਦੋਂ ਬਿਮਾਰੀ ਥੋੜੀ ਵੱਧ ਗਈ ਹੁੰਦੀ ਹੈ ਨਾ, ਫਿਰ ਤੁਸੀਂ ਰਾਤ ਨੂੰ ਸੌਂਦੇ ਹੋ ਨਾ, ਤੁਹਾਡੇ ਸਾਹ 'ਚੋਂ ਆਵਾਜ਼ ਆਏਗੀ ਜਿਹਨੂੰ ਵੀਜ਼ਿੰਗ ਕਿਹਾ ਜਾਂਦਾ ਨਾ, ਉਹ ਇੰਜ ਤੁਸੀਂ ਫੀਲ ਕਰੋਗੇ ਕਿ ਜਿਵੇਂ ਕੋਈ ਆਰਾ ਚੱਲਦਾ ਪਿਆ, ਜਾਂ ਤੁਹਾਡੇ ਸਾਹ ਦੇ ਵਿੱਚ ਰੁਕਾਵਟ ਦੀ ਕੋਈ ਆਵਾਜ਼ ਹੋਏਗੀ। ਉਹ ਕਿਉਂ ਹੁੰਦਾ? ਕਿਉਂਕਿ ਉਹ ਜਿਹੜੇ ਅੰਦਰ ਬਰੀਕ ਸਿਸਟਮਸ ਨੇ ਨਾ, ਜਿਨ੍ਹਾਂ ਦੇ ਵਿੱਚ ਲੰਗਸ ਦੇ ਅੰਦਰ ਜਾਂਦੀ ਹੈ ਹਵਾ ਭਾਈ, ਠੀਕ ਹੈ, ਜਦੋਂ ਥੋੜੇ ਜੇ ਸੈਂਸਿਟਿਵ ਹੋ ਜਾਂਦੇ ਨੇ, ਇਰੀਟੇਟ ਹੋ ਜਾਂਦੇ ਨੇ ਨਾ, ਬਾਰ-ਬਾਰ ਅਲਰਜੀ ਦੇ ਨਾਲ ਲੱਗਣ ਦੀ ਵਜ੍ਹਾ ਤੋਂ, ਫਿਰ ਇਹ ਭਾਈ ਆਵਾਜ਼ਾਂ ਆਉਂਦੀਆਂ ਨੇ। ਸਟਾਰਟਿੰਗ 'ਚ ਆਕਬ ਭਾਈ ਇੰਝ ਹੁੰਦਾ ਜੀ, ਜਿਵੇਂ ਫਿਰ ਬਿਮਾਰੀ ਵਿਗੜਦੀ ਜਾਂਦੀ ਹੈ, ਅਲਾਮਤਾਂ ਵਿਗੜਦੀਆਂ ਜਾਂਦੀਆਂ ਨੇ, ਲੇਕਿਨ ਬੋਲਣ ਨਾਲ। ਅੱਛਾ, ਤੇ ਮੋਹਸਨ ਭਾਈ ਫਿਰ ਇਹ ਵੀ ਦੱਸੋ ਕਿ ਜਦੋਂ ਕਿਸੇ ਨੂੰ ਇਹ ਨਿਸ਼ਾਨੀਆਂ ਜ਼ਾਹਰ ਹੋਈਆਂ, ਪਤਾ ਲੱਗਣਾ ਸ਼ੁਰੂ ਹੋਈਏ ਕਿ ਯਾਰ ਮੇਰੇ ਅੰਦਰ ਆ ਵਾਕਈ ਹੈ ਤਬਦੀਲੀ ਆ ਚੁੱਕੀ ਹੈ, ਮੈਨੂੰ ਖਾਰਸ਼ ਵੀ ਹੁੰਦੀ ਹੈ, ਛਿੱਕਾਂ ਵੀ ਆਉਂਦੀਆਂ ਨੇ, ਜਿਸਮ ਵੀ ਦਰਦ ਕਰਦਾ ਹੈ, ਸਾਂਸ ਵੀ ਜ਼ਰਾ ਥੋੜੀ ਮੁਸ਼ਕਲ ਆਉਂਦੀ ਹੈ, ਤੇ ਉਹ ਕਿਸ ਤਰ੍ਹਾਂ ਫਿਰ ਇਹਨੂੰ ਕਵਰ ਕਰੇ ਤੇ ਕਿਸ ਤਰ੍ਹਾਂ ਇਹਦੇ ਕੋਲੋਂ ਬਚੇ? ਆਕਬ ਭਾਈ ਦੇਖੋ, ਇਹ ਬੜੀ ਅੱਛੀ ਗੱਲ ਹੈ, ਤੁਸੀਂ ਬੜਾ ਅੱਛਾ ਸਵਾਲ ਕੀਤਾ ਹੈ। ਜਿਸ ਤਰ੍ਹਾਂ ਇੱਕ ਕਾਮਨ ਬਿਮਾਰੀ ਹੈ ਨਾ ਹੈਪਾਟਾਈਟਸ ਸੀ, ਉਹਨੂੰ ਦੁਨੀਆ ਇਹ ਡਾਕਟਰੀਅਤ ਜਿਹੜੀ ਹੈ ਨਾ ਬੜੀ ਦੇਰ ਤੱਕ ਸਾਇਲੈਂਟ ਕਿਲਰ, ਬਲਕਿ ਅੱਜ ਵੀ ਸਾਇਲੈਂਟ ਕਿਲਰ ਦੇ ਨਾਮ ਤੋਂ ਯਾਦ ਕਰਦੀ। ਉਹਦੀ ਰੀਜ਼ਨ ਇਹ ਵੇ ਕਿ ਆਕਬ ਭਾਈ ਉਹ ਵਾਇਰਸ ਬੰਦੇ ਦੇ ਜਿਸਮ 'ਚ ਮੌਜੂਦ ਹੁੰਦਾ, ਉਹਦੇ ਜਿਗਰ ਨੂੰ ਮੁਤਾਸਰ ਕਰ ਰਿਹਾ ਹੁੰਦਾ ਸਲੋਲੀ, ਲੇਕਿਨ ਸਾਲਾਂ ਤੱਕ ਬੰਦੇ ਨੂੰ ਪਤਾ ਨਹੀਂ ਲੱਗਦਾ। ਈਵਨ 10 ਸਾਲ ਵੀ ਬੰਦੇ ਨੂੰ ਕਈ ਸਮ ਟਾਈਮ ਪਤਾ ਨਹੀਂ ਲੱਗਦਾ ਕਿ ਮੈਂ ਹੈਪਾਟਾਈਟਸ ਸੀ ਦਾ ਸ਼ਿਕਾਰ ਹਾਂ। ਇਸ ਲਈ ਉਹਨੂੰ ਬੋਲਿਆ ਜਾਂਦਾ ਸਾਇਲੈਂਟ ਕਿਲਰ। ਇਸੇ ਤਰ੍ਹਾਂ ਹੀ ਭਾਈ ਇਹ ਵੀ ਸਾਇਲੈਂਟ ਕੀ ਕਿਲਰ ਹੈ, ਕਿਉਂਕਿ ਤੁਸੀਂ ਸਾਡੇ ਦੋਸਤ ਅਕਸਰੀਅਤ ਨਾਲ, ਤੁਹਾਨੂੰ ਪਤਾ ਆਕਬ ਭਾਈ ਤੁਸੀਂ ਹੱਸ ਰਹੇ ਹੋ, ਤੁਹਾਨੂੰ ਵੀ ਪਤਾ ਹੈ ਕਿ ਇਹ ਮੰਨਣ ਵਾਲਿਆਂ ਨੇ ਇਸ ਗੱਲ ਵਾਲੇ ਪਾਸੇ ਆਉਣਾ ਹੀ ਨਹੀਂ। ਹਾਂ, ਠੀਕ ਹੈ, ਇਹ ਗੱਲ 2 ਦਫਾ ਹੋ ਚੁੱਕੀ। ਹਾਂ, ਮੰਨਣ ਵਾਲਿਆਂ ਨੇ ਇਸ ਪਾਸੇ ਆਣਾ ਹੀ ਨਹੀਂ ਹੈ ਕਿ ਇੰਜ ਹੁੰਦਾ। ਲੇਕਿਨ ਗੱਲ ਪਤਾ ਕੀ ਆਕਬ ਭਾਈ, ਦੇਖੋ ਸਿਗਰਟਾਂ ਦੇ ਮੁਤਲਕ ਵੀ ਇਹੀ ਕਿਹਾ ਜਾਂਦਾ ਹੈ ਕਿ ਸਿਗਰਟਾਂ ਦੇ ਨਾਲ ਉਹ ਫਲਾਣਾ 50 ਸਾਲਾਂ ਦਾ ਪੀਂਦਾ, ਉਹਨੂੰ ਨਹੀਂ ਕੈਂਸਰ ਹੋ ਗਿਆ, ਠੀਕ ਹੈ। ਲੇਕਿਨ ਆਕਬ ਭਾਈ ਤੁਹਾਨੂੰ ਇਸ ਗੱਲ ਦਾ ਪਤਾ ਹੈ ਨਾ ਕਿ ਗਿਣੇ ਚੁਣੇ ਉਹ ਬੰਦਿਆਂ ਦੇ ਨਾਂ ਤੁਹਾਡੇ ਵੀ ਫਿੰਗਰ ਟਿਪ ਤੇ ਹੋਣਗੇ ਜਿਨ੍ਹਾਂ ਨੂੰ ਹੋ ਵੀ ਗਿਆ। ਬਿਲਕੁਲ, ਇਹਦਾ ਮਤਲਬ ਹੈ ਕਿ ਕੋਈ ਵੀ ਗੱਲ ਦੋਸਤੋ ਕੀਤੀ ਜਾਂਦੀ ਹੈ ਤੇ ਉਹ ਅਮੂਮੀ ਹੁੰਦੀ ਹੈ, ਜਰਨਲ ਨਾਲ। ਮੋਹਸਨ ਭਾਈ ਇਹ ਵੇਖੋ ਨਾ, ਇੱਕ ਸਿੱਧੀ ਜੀ ਗੱਲ ਹੈ ਕਿ ਹਰ ਬੰਦੇ ਦੀ ਬਾਡੀ ਇੱਕ ਜੈਸੀ ਨਹੀਂ ਹੁੰਦੀ। ਬਿਲਕੁਲ, ਕਈਆਂ ਨੂੰ ਉਹ ਹੋ ਜਾਂਦਾ, ਉਹਦੇ ਨਾਲ ਕੈਂਸਰ ਵੀ ਹੋ ਜਾਂਦਾ, ਤੇ ਕਈ ਐਸੇ ਨੇ ਵਾਕਈ ਬੁੱਢੇ ਵਡੇਰੇ ਹੋ ਗਏ ਨੇ, ਉਹਨਾਂ ਨੂੰ ਨਹੀਂ ਹੋਇਆ। ਆਕਬ ਭਾਈ ਦੇਖੋ, ਹਰ ਬੰਦੇ ਦੀ ਕੂਵਤ ਮੁਦਾਫਤ ਹੀ ਜਦੋਂ ਵੱਖਰੀ ਹੈ,
ਠੀਕ ਹੈ। ਔਰ ਮੈਂ ਵੀਡੀਓ ਦੇ ਆਗਾਜ਼ 'ਚ ਵੀ ਦੱਸਿਆ ਹੈ ਕਿ ਇਹ ਬਿਮਾਰੀ ਸਿਰਫ ਉਹਨਾਂ ਲੋਕਾਂ ਨੂੰ ਹੁੰਦੀ ਹੈ ਕਿ ਭਾਈ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਓਵਰ ਰਿਐਕਟ ਕਰਦਾ ਹੈ, ਜਿਹੜੇ ਬੜੇ ਛੂਈ ਮੂਈ ਬੜੇ ਹਸਾਸ ਤਬੀਅਤ ਦੇ ਲੋਕ ਹੁੰਦੇ ਨੇ ਨਾ ਦੋਸਤੋ, ਇਹ ਬਿਮਾਰੀ ਉਹਨਾਂ ਨੂੰ ਲੱਗਦੀ ਏ। ਹਾਂ ਵੇਖ ਲਵੋ ਮੇਰੇ ਕੋਲ ਵੀ, ਤੁਹਾਡੇ ਕੋਲ ਵੀ, ਸਾਰੇ ਪਾਕਿਸਤਾਨ ਕੋਲ ਹੀ ਸਬੂਤ ਨੇ ਕਿ ਆ ਬੰਦਾ ਸੌਂਦਾ ਵੀ ਖੁੱਡੇ 'ਚ ਰਿਹਾ, ਖਾਂਦਾ ਪੀਂਦਾ ਵੀ ਖੁੱਡੇ 'ਚ ਹੀ ਰਿਹਾ, ਠੀਕ ਹੈ। ਇਹਨੇ 70 ਸਾਲ ਖੁੱਡੇ 'ਚ ਕੱਢ ਛੱਡੇ ਨੇ, ਇਹਨੂੰ ਕੁਛ ਨਹੀਂ ਹੋ ਗਿਆ ਦੋਸਤੋ। ਬਿਲਕੁਲ ਇੰਜੀ ਗੱਲ ਹੈ, ਇੰਜੀ ਸਿਗਰਟ ਪੀਣ ਵਾਲਿਆਂ ਵੀ ਬੜਿਆਂ ਜਿਹਾਂ ਨੂੰ ਕੁਛ ਨਹੀਂ ਹੁੰਦਾ, ਲੇਕਿਨ ਜਿਨ੍ਹਾਂ ਨੂੰ ਹੁੰਦਾ ਹੈ ਨਾ, ਅੱਲਾ ਹੀ ਬਚਾਏ ਕਿ ਉਹ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਦਾ ਹੁੰਦਾ। ਮਜ਼ੀਦ ਆਕਬ ਭਾਈ ਹੋਰ ਜੀ ਮੋਹਸਨ ਭਾਈ, ਅਗਲਾ ਸਵਾਲ ਇਹ ਵੇ ਕਿ ਜ਼ਰਾ ਦੋਸਤਾਂ ਨੂੰ ਵੀਰਾਂ ਨੂੰ ਦੱਸੋ ਕਿ ਯਾਰ ਫਿਰ ਇਸ ਚੀਜ਼ ਨੂੰ ਅਵੋਇਡ ਕਿਸ ਤਰ੍ਹਾਂ ਕੀਤਾ ਜਾਏ। ਫਰਜ਼ ਕਰੋ ਇੱਕ ਉਹ ਬੰਦਾ ਜਿਹਨੂੰ ਇਹ ਹੈ ਹੀ ਕੋਈ ਨਹੀਂ, ਉਹ ਇਹਦੇ ਤੋਂ ਕਿਸ ਤਰ੍ਹਾਂ ਬਚੇ ਕਿ ਯਾਰ ਮੈਨੂੰ ਕੱਲ ਨੂੰ ਹੋ ਨਾ ਜਾਏ ਫਿਊਚਰ 'ਚ, ਤੇ ਇੱਕ ਉਹ ਹੈ ਕਿ ਜਿਹਨੂੰ ਪਤਾ ਲੱਗ ਗਿਆ ਕਿ ਯਾਰ ਇਹ ਮੈਨੂੰ ਨਾ ਅਲਾਮਤਾਂ ਜ਼ਾਹਰ ਹੋ ਚੁੱਕੀਆਂ ਨੇ, ਤੇ ਉਹ ਕਿਸ ਤਰ੍ਹਾਂ ਬਚੇ। ਕਬੂਤਰ ਹੀ ਛੱਡ ਦੇਣਾ ਸਭ ਤੋਂ ਅੱਛੀ ਗੱਲ ਹੈ, ਜਾਂ ਕਬੂਤਰ ਰੱਖ ਕੇ ਵੀ ਇਹਨੂੰ ਜਿਹੜਾ ਉਹ ਬਚਿਆ ਜਾ ਸਕਦਾ ਹੈ। ਆਕਬ ਭਾਈ ਦੇਖੋ, ਕਬੂਤਰ ਛੱਡ ਕੇ ਇਹਦੇ ਤੋਂ 100% ਬਚਿਆ ਜਾ ਸਕਦਾ। ਅਗਰ ਤੁਸੀਂ ਪਹਿਲੀਆਂ ਸਟੇਜਾਂ ਦੇ ਵਿੱਚ ਤੁਹਾਡੀ ਬਿਮਾਰੀ ਹੈ, ਇਹ ਤੁਹਾਨੂੰ ਅਲਰਜੀ ਸ਼ੁਰੂ ਹੋਈ ਹੈ, ਥੋੜਾ ਅਰਸਾ ਤੁਸੀਂ ਗੁਜ਼ਾਰਿਆ, ਜਲਦੀ ਤੁਹਾਨੂੰ ਇਹ ਨੌਲੇਜ ਮਿਲ ਗਿਆ, ਆਗਾਹੀ ਮਿਲ ਗਈ ਕਿ ਯਾਰ ਮੈਨੂੰ ਤੇ ਇਸ ਵਜ੍ਹਾ ਦੇ ਉੱਤੋਂ ਅਲਰਜੀ ਹੋਣ ਡਈ, ਇਹ ਕਬੂਤਰ ਇਹ ਕੰਮ ਖਰਾਬ ਕਰ ਰਹੇ ਨੇ ਮੇਰਾ, ਤੇ ਫਿਰ ਤੇ ਆਕਬ ਭਾਈ ਜਿਹੜਾ ਇਹਦਾ ਇਲਾਜ ਹੈ ਨਾ ਦੋਸਤੋ, ਕੰਨ ਖੋਲ ਕੇ ਸੁਣ ਲਿਓ, ਠੀਕ ਹੈ। ਅੱਲਾ ਤੁਹਾਨੂੰ ਮੈਨੂੰ ਹਰ ਕਿਸੇ ਨੂੰ ਬਚਾ ਕੇ ਰੱਖੇ ਔਰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਇਹਦਾ ਕੋਈ ਇਲਾਜ ਨਹੀਂ ਜੇ ਜਦੋਂ ਇਹ ਵਿਗੜ ਜੇ, ਇਹਦਾ ਕੋਈ ਇਲਾਜ ਨਹੀਂ ਜੇ ਜਦੋਂ ਇਹ ਵਿਗੜ ਜੇ। ਜਾਓ ਗੂਗਲ ਕਰ ਲਓ, ਜਾਓ AIਆਂ ਕੋ ਪੁੱਛ ਲਓ, ਜਾਓ MD MBBS ਡਾਕਟਰਾਂ ਕੋ ਜਾ ਕੇ ਪੁੱਛ ਲਓ, ਜਾਓ ਹੋਮਿਓਪੈਥਿਕ ਕੋਲੋਂ ਜਾ ਕੇ ਪੁੱਛ ਲਵੋ, ਇਹਦਾ ਫਿਰ ਇਲਾਜ ਕੋਈ ਨਹੀਂ, ਠੀਕ ਹੈ। ਫਿਰ ਲੰਗ ਰਿਪਲੇਸਮੈਂਟ ਇਹਦਾ ਇਲਾਜ ਹੈ ਕਿ ਉਹ ਪੁਰਾਣਾ ਫਿਫੜਾ ਕੱਢ ਕੇ ਤੇ ਨਵਾਂ ਪਾ ਦਿੱਤਾ ਜਾਏ। ਅੱਲਾਹ ਤਾਲਾ ਹਰ ਕਿਸੇ ਨੂੰ ਇੰਜੀਨੀਅਰ ਨੋਬਤਾਂ ਤੋਂ ਬਚਾਏ ਦੋਸਤੋ। ਇਹਦੇ ਪਹਿਲਾ ਇਲਾਜ ਨੇ, ਪਹਿਲਾਂ ਇਹਦਾ ਸਭ ਤੋਂ ਵੱਡਾ ਇਲਾਜ ਹੈ 100% ਦੋਸਤੋ ਕਬੂਤਰਾਂ ਨੂੰ ਅਵਾਇਡ ਕਰ ਜਾਣਾ, ਠੀਕ ਹੈ। ਇਹ ਆਕਬ ਭਾਈ ਇਹਦਾ 100% ਇਲਾਜ, ਔਰ ਦੁਨੀਆ ਦੀ ਕਿਸੇ ਵੀ ਐਲਰਜੀ ਦਾ ਇਲਾਜ, ਆਈ ਬੈਟ ਆਈ ਚੈਲੰਜ, ਕਿਸੇ ਡਾਕਟਰ ਦੇ ਕੋਲੋਂ ਇਹ ਗੱਲ ਪੁੱਛੋ ਕਿ ਐਲਰਜੀ ਦਾ ਇਲਾਜ ਇਹੀ ਹੁੰਦਾ ਹੈ ਟੂ ਅਵਾਇਡ ਦੈਟ ਅਲਰਜਨਸ। ਉਹ ਜਿਹੜੀ ਚੀਜ਼ ਤੋਂ ਐਲਰਜੀ ਹੋ ਰਹੀ ਹੈ ਉਹ ਤੋਂ ਹੀ ਪਰਾਂ ਹੋ ਜਾਣਾ ਆਕਬ ਭਾਈ, ਸਭ ਤੋਂ ਵੱਡਾ ਇਹਦਾ ਇਲਾਜ ਇਹੋ ਹੀ ਹੁੰਦਾ। ਮੋਹਸਨ ਭਾਈ, ਜਿਨ੍ਹਾਂ ਵਿਚਾਰਿਆਂ ਦੀ ਮਜਬੂਰੀ ਹੈ, ਜਿਨ੍ਹਾਂ ਦਾ ਸ਼ੌਕ ਹੀ ਇਹ ਵੇ, ਜਿਨ੍ਹਾਂ ਦੀ ਜ਼ਿੰਦਗੀ ਇਹਦੇ ਨਾਲ ਜੁੜੀ ਹੋਈ ਹੈ ਕਿ ਸ਼ੌਕ ਕਰਨਾ ਹੈ, ਬਾਜ਼ੀਆਂ ਵੀ ਉਡਾਣੀਆਂ ਨੇ, ਬਰੀਡਿੰਗ ਵੀ ਕਰਾਣੀ ਹੈ, ਉਹ ਫਿਰ ਕਬੂਤਰ ਵੀ ਰੱਖਣ ਤੇ ਇਸ ਐਲਰਜੀ ਤੋਂ ਵੀ ਬਚਣ। ਆਕਬ ਭਾਈ ਉਹਨਾਂ ਵਾਸਤੇ ਮੈਂ ਕੋਈ ਸੋਲਿਡ ਕੰਕਰੀਟ ਸਟੈਪ ਤੁਹਾਨੂੰ ਦੱਸ ਦਿੰਨਾ, ਜਿਹੜੇ ਮੈਂ ਆਪ ਵੀ ਅਪਲਾਈ ਕਰਨਾ, ਠੀਕ ਹੈ, ਔਰ ਦੋਸਤ ਵੀ ਕਰਨ। ਸਭ ਤੋਂ ਅਹਿਮ ਗੱਲ ਹੈ ਦੋਸਤੋ, ਇਹ ਚੀਜ਼ ਯੂਜ਼ ਕਰੋ, ਮਾਸਕ ਇਹ ਵਾਲਾ ਯੂਜ਼ ਕਰਨਾ ਹੈ ਤੇ ਸਿੰਗਲ ਨਹੀਂ, ਇਹਨੂੰ ਡਬਲ ਯੂਜ਼ ਕਰੋ, ਕਿਉਂਕਿ ਬਹੁਤ ਬਰੀਕ ਪੱਖ ਹੁੰਦੇ ਨੇ ਜਿਨ੍ਹਾਂ ਦੇ ਉੱਤੋਂ ਐਵੀਅਨ ਬਰਡ ਪ੍ਰੋਟੀਨ ਜਿਹੜਾ ਨਾ ਉਹ ਤੁਹਾਡੇ ਸਾਂਸ 'ਚ ਜਾਂਦਾ ਹੈ ਔਰ ਤੁਹਾਨੂੰ ਐਲਰਜੀ ਹੁੰਦੀ ਹੈ। ਅਗਰ ਇੰਜ ਦਾ ਯੂਜ਼ ਕਰਨਾ ਹੈ ਦੋਸਤੋ ਤੇ 2 ਯੂਜ਼ ਕਰੋ, ਬੈਟਰ ਸੇਫਟੀ ਤੁਹਾਨੂੰ ਮਿਲੇਗੀ। ਦੂਸਰੀ ਗੱਲ, ਲਗਾਤਾਰ ਯੂਜ਼ ਕਰੋ ਜਿੰਨੀ ਦੇਰ ਤੱਕ ਕਬੂਤਰਾਂ ਦੇ ਵਿੱਚ ਹੋ। ਇੱਕ ਵਾਰੀ ਵੀ ਦੋਸਤੋ ਇਹਦੇ ਵਿੱਚ ਕਬੂਤਰਾਂ ਦੇ ਵਿੱਚ ਜਦੋਂ ਤੁਸੀਂ ਆਉਣਾ ਚਾਹੁੰਦੇ ਹੋ ਨਾ, ਕਬੂਤਰਾਂ 'ਚ ਆਉਣਾ ਹੈ ਤੇ ਦੋਸਤੋ ਵਿਦਆਊਟ ਮਾਸਕ ਨਹੀਂ ਆਉਣਾ, ਠੀਕ ਹੈ। ਆਕਬ ਭਾਈ ਇਹ ਬੜੀ ਹੱਦ ਤੱਕ ਸੇਫਟੀ ਕਰ ਸਕਦਾ ਹੈ, ਇਲਾਜ ਲੂਜ ਹੈ ਕੋਈ ਨਹੀਂ ਜੀ। ਮੈਨੂੰ ਡਾਕਟਰਾਂ ਨੇ ਭਾਈ ਜੋ ਗੱਲ ਕਹੀ ਹੈ, ਮੈਂ ਐਵੇਂ ਕਿਸੇ ਦੇ ਧੀ ਪੁੱਤਰ ਦਾ ਨੁਕਸਾਨ ਕਰਾਵਾਂ, ਫਾਇਦਾ ਕੋਈ ਨਹੀਂ ਦੋਸਤੋ। ਇਹ ਵੀ ਇਹਦਾ ਕੋਈ ਇਲਾਜ ਨਹੀਂ, ਠੀਕ ਹੈ, ਕਿਉਂਕਿ ਇਹਦਾ ਇਲਾਜ ਹੈ ਹੀ ਕੋਈ ਨਹੀਂ ਸਿਵਾਏ ਇਸ ਤੋਂ ਕਿ ਤੁਸੀਂ ਕਬੂਤਰਾਂ ਨੂੰ ਬਿਲਕੁਲ ਅਵਾਇਡ ਕਰੋ। ਲੇਕਿਨ ਮੋਹਸਨ ਭਾਈ ਆ ਉਹਨਾਂ ਵਾਸਤੇ ਬੜੀ ਸੇਫਟੀ ਹੈ ਕਿ ਜਿਨ੍ਹਾਂ ਨੂੰ ਹੈ ਹੀ ਕੋਈ ਨਹੀਂ ਐਲਰਜੀ, ਬਿਲਕੁਲ ਉਹਨਾਂ ਨੂੰ ਫਿਰ ਨਾ ਹੋਏਗੀ ਜਦੋਂ ਉਹਨਾਂ ਲਾਇਆ ਹੋਏਗਾ। ਬਿਹਤਰੀਨ ਹੈ। ਤੇ ਦੂਸਰੀ ਗੱਲ ਇਹ ਵੇ ਕਿ ਭਾਈ ਅਗਰ ਮਾਸਕ ਯੂਜ਼ ਕਰਨਾ ਹੈ, ਇਹ ਤੁਹਾਡੀ ਕਿਸੇ ਹੱਦ ਤੱਕ ਕਹਿੰਦੇ ਨੇ ਕਿ ਕੁਛ ਨਾ ਹੋਣੇ ਸੇ ਕੁਛ ਹੋਣਾ ਬਿਹਤਰ ਹੈ। ਆਕਬ ਭਾਈ ਹੈ ਉਹੀ ਮਿਸਾਲ ਹੈ ਮਾਸਕ ਦੀ। N95 ਅੱਛਾ ਮਾਸਕ ਯੂਜ਼ ਕਰੋ ਜਿਹੜਾ ਕਰੋਨਾ ਦੇ ਦਿਨਾਂ 'ਚ ਯੂਜ਼ ਹੁੰਦਾ ਸੀ, ਉਹਦੇ ਨਾਲ ਆਕਬ ਭਾਈ ਇਹਦੇ ਨਾਲੋਂ ਕੋਈ 50% ਮੋਰ ਸੇਫਟੀ ਜਿਹੜੀ ਹੈ ਨਾ ਉਹ ਮਿਲ ਸਕਦੀ ਹੈ। ਭਾਈ ਮੇਰੇ ਐਵੇਂ ਅਚਾਨਕ ਇੱਕ ਜ਼ਿਹਨ 'ਚ ਗੱਲ ਆਈ ਹੈ ਕਿ ਯਾਰ ਇਹ ਖੁੱਡਿਆਂ ਦੇ ਵਿੱਚ ਕਿੰਨੀ ਤਾਦਾਦ ਹੁੰਦੀ ਹੈ ਇਹਨਾਂ ਦੀ, ਉਹ ਜਿਹੜੇ ਉੱਡਦੇ ਹੁੰਦੇ ਨੇ, ਤੇ
ਉਹ ਬੰਦੇ ਜਿਨ੍ਹਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਇਹਦੇ ਤੋਂ ਅਲਰਜੀ ਹੋ ਜਾਂਦੀ ਹੈ ਤੇ ਲੋਕ ਅੰਦਰ ਬਹਿ ਕੇ ਸਿਗਰਟ ਪੀਂਦੇ ਨੇ ਤੇ ਉਹ ਇੰਜ ਇਨਹੇਲ ਕਰਦੇ ਨੇ, ਹਰ ਆਕਾ ਚੀਜ਼ ਭਾਈ ਲਾਈ ਜਾਂਦੇ ਨੇ, ਖਿੱਚ ਕੇ ਵੇਖੋ ਅੰਦਰ। ਵੇਖੋ ਲੈਟ ਮੀ ਇੰਟਰਰਪਟ ਯੂ। ਤੁਸੀਂ ਕਦੀ ਨਹੀਂ ਇੰਜ ਫੀਲ ਕੀਤਾ ਕਿ ਤੁਸੀਂ ਖੁੱਡੇ ਦੇ ਵਿੱਚ ਵੜੇ ਹੋ ਤੇ ਬੜੇ ਸਾਰੇ ਕਬੂਤਰ ਉੱਡੇ ਨੇ ਤੇ ਯਕਦਮ ਤੇ ਤੁਹਾਨੂੰ ਇੰਜ ਹੀ ਲੱਗਿਆ ਜਿਵੇਂ ਮੇਰਾ ਕੋਈ 20-30% ਸਾਹ ਹੀ ਬੰਦ ਹੋ ਗਿਆ? ਬਿਲਕੁਲ ਹੋ ਜਾਂਦਾ ਇੰਜ, ਇੰਝ ਹੋ ਜਾਂਦਾ ਕਿਉਂਕਿ ਉਹ ਜਦੋਂ ਨੱਕ ਨੂੰ ਜਾ ਕੇ ਵੱਜਦੀ ਹੈ ਤੇ ਸਾਹ ਬੰਦ ਆਕਾ ਕਰ ਭਾਈ ਉਹ ਸਿਰਫ ਤੁਸੀਂ ਇੱਕ ਵਾਕਿਆ ਦੱਸ ਰਹੇ ਹੋ। ਜਦੋਂ ਇੰਜ ਬਾਰ-ਬਾਰ ਹੁੰਦਾ ਹੈ ਨਾ ਫੇਰ ਇਹ ਬਿਮਾਰੀ ਪੈਦਾ ਹੁੰਦੀ ਏ। ਇੱਕ ਦਿਨ 'ਚ ਦੋਸਤੋ ਇਹ ਬਿਮਾਰੀ ਨਹੀਂ ਜੇ ਪੈਦਾ ਹੋ ਜਾਂਦੀ। ਮੈਂ ਤੇ ਤੁਸੀਂ ਸਮਝੋ ਕਿ ਮੈਂ ਕਿਸੇ ਨੂੰ ਡਰਾ ਰਿਹਾ, ਮੇਰਾ ਤੁਹਾਨੂੰ ਡਰਾਉਣ ਦਾ ਮਕਸਦ ਹੀ ਕੋਈ ਨਹੀਂ। ਮੇਰਾ ਕੰਮ ਇਹ ਵੇ ਆਕਾ ਸਾਡਾ ਭਾਈ ਤੇ ਮੈਂ ਮੋਸਨ ਭਾਈ ਰੱਖਣਾ ਸਿਰਫ ਵਾ, ਇਹ ਵੇ ਕਿ ਅਸੀਂ ਤੁਹਾਨੂੰ ਥੋੜਾ ਬਿਲਕੁਲ ਮੈਂ ਰੱਖਣਾ ਬਰੀਡਿੰਗ ਕਰਾਣਾ। ਔਰ ਮੈਂ ਦੋਸਤਾਂ ਨੂੰ ਦੱਸਿਆ ਕਿ ਆਕਾ ਭਾਈ ਮੈਂ ਕੋਈ ਡਾਕਟਰ ਨਹੀਂ, ਹਾਂ ਇੱਕ ਮੇਰੇ ਤੇ ਬੀਤੀ ਏ। ਮੇਰਾ ਦਿਲ ਕੀਤਾ ਕਿ ਯਾਰ ਪਾਕਿਸਤਾਨ ਦੇ ਵਿੱਚ ਲੱਖਾਂ ਦੀ ਤਾਦਾਦ 'ਚ ਜਿਹੜੇ ਮੇਰੇ ਭਰਾ ਨੇ ਉਹਨਾਂ ਦਾ ਕਰਿਆ ਗੱਲ ਕਿਉਂ ਨਾ ਪਹੁੰਚੀ। ਠੀਕ ਹੈ, ਜਿਹੜਾ ਤੁਸੀਂ ਦੱਸ ਰਹੇ ਹੋ ਨਾ ਕਿ ਯਾਰ ਲੋਕ ਨਹੀਂ ਦੱਸਦੇ, ਉਹ ਯਾਰ ਲੋਕ ਇਸ ਲਈ ਵੀ ਨਹੀਂ ਦੱਸਦੇ ਕਿ ਕਿਤੇ ਸੇਲ ਨਾ ਆਕਾ ਭਾਈ ਡਾਊਨ ਹੋਈਏ। ਉਹ ਯਾਰ ਲੇਕਿਨ ਇਨਸਾਨਾਂ ਦੀ ਸਿਹਤ ਨਾਲੋਂ ਸੇਲ ਅੱਗੇ ਤੇ ਨਹੀਂ ਨਾ। ਵੇਖੋ ਦੋਸਤੋ ਮੈਂ ਵੀ ਕਬੂਤਰ ਫੜਿਆ, ਮੈਨੂੰ ਤੇ ਮੋਸਨ ਭਾਈ ਪਤਾ ਹੈ ਨਾ ਕਿ ਕਿੱਦਾਂ ਹਸਾਸ ਮਾਮਲਾ ਹੈ। ਮੈਂ ਤੁਹਾਡੇ ਨਾਲ ਗਿਆ ਵਾਂ ਕਿਹੜੇ ਕਿਹੜੇ ਡਾਕਟਰ ਦੇ ਕੋਲ, ਸਿਆਲਕੋਟ, ਕੈਂਟ, ਇੱਧਰ ਉੱਧਰ, ਤੇ ਫਿਰ ਅਸੀਂ ਅੱਕ ਕੇ ਇਸਲਾਮਾਬਾਦ ਹੀ ਸਾਨੂੰ ਜਾਣਾ ਪਿਆ। ਉੱਥੋਂ ਤੁਸੀਂ ਆਪਣੀ ਮੁਕੰਮਲ ਕੋਰਸ ਕੀਤਾ ਆਪਣਾ ਉਹਦਾ ਵੈਕਸੀਨ ਦਾ, ਜੀ ਤੇ ਚਲੋ ਤੁਹਾਨੂੰ ਫਰਕ ਪਿਆ ਹੈ। ਤੇ ਮਕਸਦ ਸਾਡਾ ਇਹ ਹੀ ਭਰਾਵਾਂ ਨੂੰ ਦੱਸਣ ਦਾ ਕਿ ਯਾਰ ਬਚੋ ਇਹਦੇ ਕੋਲੋਂ। ਹਾਂ ਆਕਾ ਭਾਈ ਬੜਾ ਮਜ਼ੇਦਾਰ ਤੁਸੀਂ ਟਾਪਿਕ ਵਿੱਚ ਛੇੜ ਦਿੱਤਾ ਵੈਕਸੀਨ ਵਾਲਾ। ਦੋਸਤੋ ਇਸਲਾਮਾਬਾਦ ਦੇ ਵਿੱਚ ਚੱਕ ਸ਼ਜ਼ਾਦ 'ਚ ਇੱਕ ਅਲਰਜੀ ਸੈਂਟਰ ਹੈ, ਨੈਸ਼ਨਲ ਅਲਰਜੀ ਸੈਂਟਰ ਹੈ। ਉਹ ਮਕੂਲ ਜਿਹਾ ਖਰਚਾ ਹੈ। ਫਰਜ਼ ਕਰ ਲਓ ਇੱਥੋਂ ਤੁਸੀਂ ਸਿਆਲਕੋਟੋਂ ਜਾਂਦੇ ਹੋ ਨਾ ਤੇ 2-3 ਹਜ਼ਾਰ 'ਚ ਦੋਸਤੋ ਤੁਸੀਂ ਆਪਣੇ ਟੈਸਟ, ਦਵਾਈ, ਸਾਰਾ ਕੁਝ ਔਰ 4-6 ਮਹੀਨੇ ਦੀ ਵੈਕਸੀਨ ਆਕਾ ਭਾਈ ਉਹ ਦਿੰਦੇ ਨੇ। ਉਹ ਵੈਕਸੀਨ ਬਰਡ ਪ੍ਰੋਟੀਨ ਤੋਂ ਯਾਨੀ ਕਬੂਤਰਾਂ ਦੀਆਂ ਪਰਾਂ ਤੋਂ ਔਰ ਇਹਨਾਂ ਦੀਆਂ ਬਿੱਠਾਂ ਤੋਂ। ਕੋਈ ਵੀ ਵੈਕਸੀਨ ਦਾ ਇਹੋ ਹੀ ਤਰੀਕਾਕਾਰ ਹੁੰਦਾ ਹੈ ਕਿ ਜਿਹੜੀ ਚੀਜ਼ ਦੀ ਉਹ ਜਿਸ ਬਿਮਾਰੀ ਦੀ ਵੈਕਸੀਨ ਹੈ ਨਾ ਉਹਦੇ ਹੀ ਕਮਜ਼ੋਰ ਜਾਂ ਮੁਰਦਾ ਜਰਾਸੀਮ ਨੂੰ ਉਸ ਵੈਕਸੀਨ 'ਚ ਸ਼ਾਮਲ ਕੀਤਾ ਗਿਆ ਹੁੰਦਾ ਹੈ। ਉੱਥੋਂ ਆਕਾ ਭਾਈ ਵੈਕਸੀਨ ਲੱਗਦੀ ਏ, ਉਹ ਤੁਹਾਡੇ ਇੱਥੇ ਨਾ ਪ੍ਰਿਕ ਟੈਸਟ ਕਰਦੇ ਨੇ, ਯਾਨੀ ਇੱਥੇ ਉਹ ਬਲੇਡ ਲਾਉਂਦੇ ਨੇ ਹਲਕੇ ਹਲਕੇ, ਠੀਕ ਹੈ, ਜਿਲਦ ਨੂੰ ਜਿਹੜਾ ਉਹ ਨੰਗਾ ਕਰਦੇ ਨੇ, ਐਕਸਪੋਜ਼ ਕਰਦੇ ਨੇ ਇੱਥੋਂ ਲਕੀਰਾਂ ਜੀਆਂ ਮਾਰ ਕੇ ਉੱਤੇ ਨਾ। ਫਿਰ ਉਹ ਭਾਈ ਉਹ ਮੁਖਤਲਿਫ ਤਰ੍ਹਾਂ ਦੀਆਂ ਅਲਰਜੀਆਂ ਵਾਲੇ ਉਹ ਕੈਮੀਕਲ ਸੁੱਟਦੇ ਨੇ। ਕੋਈ ਕਬੂਤਰਾਂ ਵਾਲੀ ਸੁੱਟੇਗਾ, ਕੋਈ ਪੋਲਨ ਸੁੱਟੇਗਾ, ਕੋਈ ਡਸਟ ਦੀ ਸੁੱਟੇਗਾ। ਫਿਰ ਉਹ ਟੈਸਟ ਕਾਮਯਾਬ ਹੁੰਦਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਕਿਹੜੀ ਕਿਹੜੀ ਚੀਜ਼ ਦੀ ਅਲਰਜੀ ਹੈ। ਫਿਰ ਉਹਦੀ ਸਪੈਸੀਫਿਕ ਆਕਾ ਭਾਈ ਤੁਹਾਨੂੰ ਵੈਕਸੀਨ ਦਿੱਤੀ ਜਾਂਦੀ ਹੈ, ਜਿਹੜੀ ਕਿ ਤੁਸੀਂ ਹੁਣ ਉਹ ਸਾਰਾ ਸਕੈਜੂਅਲ ਉਹ ਸਮਝਾਉਂਦੇ ਨੇ ਕਿ ਇੰਜ ਲੱਗਣੀ ਹੈ, ਠੀਕ ਹੈ। ਉਹ ਬਰੀਕ ਜਿਹੜੀ ਉਹ ਛੋਟੀ ਬੀਡੀ ਸਰਿੰਜ ਨਹੀਂ ਹੁੰਦੀ ਉਹਦੇ ਨਾਲ ਆਕਾ ਭਾਈ ਉਹ ਲੱਗਦੀ ਹੈ। ਉਹ ਇੱਕ ਬਹੁਤ ਇਫੈਕਟਿਵ ਟ੍ਰੀਟਮੈਂਟ ਜੇ ਦੋਸਤੋ। ਜਿਹੜੇ ਵੀਰ ਨੂੰ ਹੈ ਜੇ ਆ ਭਾਈ ਮੇਰਾ ਹੱਥ ਚੁੱਕ ਕੇ ਤੁਹਾਨੂੰ ਲਾਣ ਜੇ ਆਪਣੀ ਜਾਨ ਬਚਾਉਣ ਲਈ, ਆਪਣੀ ਸੇਫਟੀ ਕਰਨ ਲਈ ਉੱਥੇ ਜਾਓ, ਠੀਕ ਹੈ। ਮੇਰਾ ਉੱਥੇ ਕੋਈ ਕਮਿਸ਼ਨ ਨਹੀਂ ਜੇ ਔਰ ਉਹ ਸਰਕਾਰੀ ਹਸਪੀਟਲ ਹੈ, ਠੀਕ ਹੈ। ਜਾਓ ਆਪਣਾ ਟੈਸਟ ਕਰਾਓ। ਅਗਰ ਵਾਕਿਆ ਤੁਸੀਂ ਪਿਜਨ ਐਲਰਜੀ, ਐਵੀਅਨ ਐਲਰਜੀ ਤੋਂ ਪੋਜ਼ਿਟਿਵ ਆਉਂਦੇ ਹੋ ਤੇ ਉੱਥੋਂ ਉਹ 5 ਸਾਲ ਦਾ ਆਕਾ ਭਾਈ ਉਹ ਟੋਟਲ ਟ੍ਰੀਟਮੈਂਟ ਹੈ, ਠੀਕ ਹੈ। 5 ਸਾਲ ਦੇ ਵਿੱਚ ਫਿਰ ਦੋਸਤੋ ਆਸਤਾ ਆਸਤਾ ਤੁਹਾਡੀ ਬਾਡੀ ਇਹਨਾਂ ਚੀਜ਼ਾਂ ਨੂੰ ਰਿਐਕਟ ਕਰਨਾ ਛੱਡ ਦਿੰਦੀ ਏ ਔਰ ਤੁਸੀਂ ਉਹ HP ਬਿਮਾਰੀ ਡਿਵੈਲਪ ਹੋਣ ਤੋਂ ਜਾਂ ਬਰਡ ਫੈਂਸੀਅਰ ਲੰਗ ਇਹ ਡਿਵੈਲਪ ਹੋਣ ਤੋਂ ਤੁਸੀਂ ਆਕਾ ਭਾਈ ਬਚ ਸਕਦੇ ਹੋ। ਕਿਉਂਕਿ ਉਹ ਤੁਹਾਡੇ ਜਿਸਮ ਨੂੰ ਆਸਤਾ ਆਸਤਾ ਸਿਖਾਉਂਦੀ ਏ ਕਿ ਇਹ ਜਿਹੜੀ ਚੀਜ਼ ਦੇ ਖਿਲਾਫ ਤੂੰ ਰਿਐਕਟ ਕਰ ਰਿਹਾ ਨਾ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ, ਇਹਨੂੰ ਇਗਨੋਰ ਕਰ ਦੇ, ਠੀਕ ਹੈ। ਲੇਕਿਨ ਆਕਾ ਭਾਈ ਉੱਥੇ ਬੜੇ ਬੜੇ ਮਾਈਆਂ ਦੇ ਲਾਲ ਜਾਂਦੇ ਜੇ, ਠੀਕ ਹੈ। ਹੁਣ ਤੁਸੀਂ ਹੱਸ ਰਹੇ ਹੋ, ਮੇਰੀ ਵੀ ਗੱਲ ਸੁਣੋ। ਬੜੇ ਜਾਂਦੇ ਨੇ, ਸ਼ੁਰੂ ਕਰਵਾਉਂਦੇ ਨੇ, ਮਹੀਨਾ 2 ਜਾਂਦੇ ਨੇ, ਬਾਅਦ ਚ ਲੋਕ ਜਾਂਦੇ ਨਹੀਂ, ਫਿਰ ਇਲਾਜ ਵੀ ਕੰਪਲੀਟ ਨਹੀਂ ਹੁੰਦਾ। ਔਰ ਇਹ ਭਾਈ ਇੱਕ ਸਲੋਲੀ ਔਰ ਗ੍ਰੈਜੂਅਲ ਪ੍ਰੋਸੈਸ ਹੈ ਕਿ ਬਾਡੀ ਨੂੰ ਲਰਨ ਕਰਵਾਇਆ ਜਾਂਦਾ ਉੱਥੇ ਕਿ ਕਿਸ ਤਰੀਕੇਕਾਰ ਦੇ ਨਾਲ ਉਹ ਹਾਲਾਂਕਿ ਮੁਸ਼ਕਲ ਤੇ ਨਹੀਂ ਮੋਸਨ ਭਾਈ। ਇੱਕ ਤੇ ਉਹ ਚਾਰजेस ਬਹੁਤ ਥੋੜੇ ਨੇ, ਦੂਸਰਾ ਬੰਦਾ ਜਾਂਦਾ ਇਸਲਾਮਾਬਾਦ ਫਿਰ ਤੁਰ ਕੇ ਆ ਜਾਂਦਾ। ਸੇਫਟੀ ਬਹੁਤ ਵੱਡੀ ਏ ਔਰ ਬੈਸਟ ਟ੍ਰੀਟਮੈਂਟ, ਬੈਸਟ ਇਲਾਜ ਉਹ ਹੀ ਏ। ਫਿਰ ਤੇ ਦੋਸਤੋ ਐਲਰਜੀ ਦੀ ਡੇਲੀ ਇੱਕ ਸਿੰਪਲ ਇਲਾਜ ਜਿਹਨੇ ਪੁੱਛਣਾ ਹੈ ਐਲਰਜੀ ਦੀ ਡੇਲੀ ਦੋਸਤੋ ਇੱਕ ਗੋਲੀ ਲੈ ਲਓ, ਠੀਕ ਹੈ। ਮੈਂ ਡਾਕਟਰ ਨਹੀਂ ਆ, ਨਹੀਂ ਤੇ ਮੈਂ ਤੁਹਾਨੂੰ ਨਾਮ ਹੀ ਦੱਸਾਂ, ਮੈਂ ਤੇ ਲੈਣਾ, ਮੈਨੂੰ ਤੇ ਪਤਾ ਹੈ ਸਾਰਾ ਕੁਝ, ਮੈਂ ਤੁਹਾਨੂੰ ਦੱਸ ਵੀ ਸਕਦਾ। ਜਿਵੇਂ ਕਬੂਤਰਾਂ ਦੀਆਂ 50 ਤੇ 80 ਦੀਆਂ, ਲੇਕਿਨ ਦੋਸਤੋ ਇਨਸਾਨ ਹੈ, ਥੋੜੇ ਕਿਤੇ ਐਵੇਂ ਭੱਜ ਕੇ ਹੱਥ ਨਹੀਂ ਪਾ ਲਈਦਾ। ਮੈਂ ਤੁਹਾਡਾ ਯਾਰ ਦੋਸਤਾਂ ਦੇ ਇਟ ਡਜ਼ਨਟ ਮੀਨ ਕਿ ਮੈਂ ਤੁਹਾਡਾ ਦਿਲ ਖੋਲ ਕੇ ਬਹਿ ਗਿਆ, ਆਪਰੇਸ਼ਨ ਕਰਕੇ ਬਹਿ ਗਿਆ ਕਿ ਮੈਂ ਤੁਹਾਡਾ ਯਾਰ ਦੋਸਤ ਹਾਂ, ਨਹੀਂ ਇਸ ਤਰ੍ਹਾਂ ਕਰੀਦਾ। ਆਪਣੀ ਜ਼ਬਾਨ ਤੇ ਕੰਟਰੋਲ ਹੋਣਾ ਚਾਹੀਦਾ ਬੰਦੇ ਨੂੰ, ਆਪਣੀ ਡੋਮੇਨ ਚੋਂ, ਆਪਣੀ ਔਕਾਤ ਚੋਂ ਕਹਿੰਦੇ ਨੇ ਕਿ ਬਾਹਰ ਨਹੀਂ ਜਾਣਾ ਚਾਹੀਦਾ ਆਕਾ ਭਾਈ। ਮੈਂ ਡਾਕਟਰੀ ਗੱਲਾਂ ਜਿਹੜੀਆਂ ਨੇ ਸਭ ਅਵਾਇਡ ਕੀਤੀਆਂ।
ਅਗਾਹੀ ਦੇਣ ਵਾਲੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਆਕਬ ਭਾਈ, ਇਹਦੋਂ ਬਹੁਤੀ ਅਗਾਹੀ ਤੇ ਅਸੀਂ ਕਰੋਨਾ ਦੀ ਦਿੰਦੇ ਰਹੇ ਆ ਇੱਕ ਦੂਜੇ ਨੂੰ, ਠੀਕ ਹੈ। ਔਰ ਆਕਬ ਭਾਈ ਤੁਸੀਂ ਦੱਸੋ, ਤੁਸੀਂ ਫੈਸਲਾ ਕਰੋ, ਤੁਸੀਂ ਪੜ੍ਹੇ ਲਿਖੇ ਹੋ, ਇਹਨਾਂ ਜੋ ਕਿੰਨੀਆਂ ਗੱਲਾਂ ਦਾ ਅੱਜ ਤੋਂ ਪਹਿਲਾਂ ਤੁਹਾਨੂੰ ਜਿਹੜਾ ਉਹ ਇਲਮ ਸੀ ਤੇ ਅੱਜ ਤੁਸੀਂ ਨਵੀਆਂ ਕਿੰਨੀਆਂ ਸੁਣ ਰਹੇ ਹੋ। ਮੋਹਸਨ ਭਾਈ ਮੇਰਾ ਇਹਨਾਂ ਚੀਜ਼ਾਂ ਨਾਲ ਕਾਦਾ ਵਾਹ ਆ, ਤੇ ਤੁਹਾਡੇ ਨਾਲ ਵੇਖੋ ਇੱਕ ਤੇ ਕੰਮ ਕਰਨਾ, ਇੱਕ ਤੁਹਾਨੂੰ ਤੋਂ ਅਲਰਜੀ ਹੋ ਗਈ, ਫਿਰ ਮੈਂ ਤੁਹਾਡੇ ਨਾਲ ਆਇਆ ਗਿਆ, ਧੱਕੇ ਖਾਦੇ, ਤੇ ਮੈਨੂੰ ਤੇ ਉਦੋਂ ਤੋਂ ਲੈ ਕੇ ਪਤਾ ਨਹੀਂ ਲੱਗਦਾ ਮੈਂ ਕਹਿੰਦਾ ਇੱਕ ਨਵੇਂ ਨਕੋਰ ਬੰਦੇ ਦੇ ਤੌਰ ਦੇ ਉੱਤੇ ਜਾਂ ਇੱਕ ਕਬੂਤਰ ਪਰਵਰ ਦੇ ਤੌਰ ਦੇ ਉੱਤੇ ਸਾਡੇ ਤੇ ਇੰਜ ਦੇ ਸਿਰ ਫਿਰੇ ਦੋਸਤ ਨੇ ਜਿਹੜੇ ਇਹਨਾਂ ਗੱਲਾਂ ਵਾਲੇ ਪਾਸੇ ਆਉਂਦੇ ਹੀ ਨਹੀਂ, ਲਾਤੀ ਨਹੀਂ ਲਾਉਂਦੇ ਕਿ ਇੰਜ ਹੋ ਸਕਦਾ ਜਾਂ ਨਹੀਂ ਹੋ ਸਕਦਾ। ਲੇਕਿਨ ਗੱਲ ਇਹ ਵੇ ਕਿ ਆਕਬ ਭਾਈ ਇਹੋ ਹੀ ਵੀਡੀਓ ਵੇਖ ਕੇ ਕਿਸੇ ਬੁੱਢੇ ਜਿਹੇ ਬਜ਼ੁਰਗ ਨੇ ਕਹਿ ਦੇਣਾ ਲੈ ਇਹਨਾਂ ਨਵਾਂ ਹੀ ਇਹ ਕੰਮ ਖੋਲ ਲਿਆ ਹੀ, ਸਾਡੀ ਉਮਰ ਲੰਘ ਗਈ ਹੈ ਖੁੱਡਿਆਂ ਦੇ ਵਿੱਚ ਰਹਿ ਕੇ, ਸਾਨੂੰ ਨਹੀਂ ਹੋਈ। ਦੋਸਤੋ ਪਰ ਹਰ ਕਿਸੇ ਨੂੰ ਨਹੀਂ ਦੋਸਤੋ ਉਮਰਾਂ ਨੰਗੀਆਂ ਨੇ, ਦੋਸਤੋ ਉਮਰਾਂ ਨੰਗੀਆਂ ਨੇ। ਲੇਕਿਨ ਆਕਬ ਭਾਈ ਇੱਕ ਤੁਹਾਨੂੰ ਚੈਲੰਜ ਨਾਲ ਗੱਲ ਕਹਿਣਾ, ਇਹ ਮੇਰੀ ਆਡੀਅנס ਚੋਂ ਕਿ ਕਬੂਤਰ ਪਰਵਰ ਭਰਾਵਾਂ ਦੀ ਹੈ, ਠੀਕ ਹੈ। ਤੇ ਆਕਬ ਭਾਈ ਤੁਹਾਨੂੰ ਪਤਾ ਹੈ ਕਿ ਫੀਲਡ 'ਚ ਮੈਂ ਬਹੁਤ ਜ਼ਿਆਦਾ ਬੰਦਿਆਂ ਨੂੰ ਜਾਣਨਾ ਵੀ ਆ ਜਿਹੜੇ ਅਲਰਜਿਕ ਨੇ ਕਬੂਤਰਾਂ ਤੋਂ, ਠੀਕ ਹੈ। ਮੈਂ ਉਹਨਾਂ ਵੀ ਬਹੁਤ ਜ਼ਿਆਦਾ ਨੂੰ ਦੋਸਤੋ ਜਾਣਨਾ ਜਿਨ੍ਹਾਂ ਨੂੰ ਦਮਾ ਹੋ ਚੁੱਕਿਆ ਹੈ, ਠੀਕ ਹੈ, ਔਰ ਸਾਂਸ ਦੀਆਂ ਦਵਾਈਆਂ ਤੇ ਨੇ ਉਹ। ਮੈਂ ਉਹਨਾਂ ਵੀ ਬਹੁਤ ਜ਼ਿਆਦਾ ਨੂੰ ਜਾਣਨਾ ਜਿਹੜੇ ਇਸ ਟਾਈਮ ਇਸ ਕੰਡੀਸ਼ਨ ਦੇ ਮਿਡ 'ਚ ਨੇ, ਪ੍ਰੋਸੈਸ 'ਚ ਨੇ, ਜਿਹੜੇ ਦਵਾਈ ਦਾਰੂ ਕਰਵਾ ਰਹੇ ਨੇ, ਠੀਕ ਹੈ ਦੋਸਤੋ। ਹੱਕ ਸੱਚ ਦੀ ਗੱਲ ਇਹ ਵੇ ਕਿ ਤੁਹਾਡੀ ਅਗਾਹੀ ਵਾਸਤੇ, ਤੁਹਾਡੀ ਖੈਰਖਾਹੀ ਵਾਸਤੇ ਦੋਸਤੋ ਮੇਰਾ ਇੱਕ ਕੰਮ ਹੈ। ਮੈਂ ਇਹਨੂੰ ਕਿਸ ਤਰ੍ਹਾਂ ਬੁਰਾ ਕਹਿ ਸਕਣਾ, ਮੈਂ ਇਹਨੂੰ ਕਿਵੇਂ ਤੁਹਾਨੂੰ ਕਹਿ ਸਕਣਾ ਕਿ ਤੁਸੀਂ ਛੱਡ ਦਿਓ, ਇਹ ਨਾ ਹੋਏ ਇੰਜ ਨਾ ਹੋ ਇੰਜ ਨਾ। ਨਹੀਂ ਦੋਸਤੋ, ਕੋਈ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਮੈਂ ਤੁਹਾਨੂੰ ਅਗਾਹ ਕਰ ਰਿਹਾ ਕਿ ਅਗਰ ਕਿਸੇ ਨੂੰ ਹੈ ਉਹ ਆਪਣਾ ਬਚਾਓ ਕਰੋ ਆਕਬ ਭਾਈ, ਕਿਉਂਕਿ ਜਦੋਂ ਗੱਲ ਵੱਧ ਜਾਣੀ ਉਹ ਕੀ ਗੱਲ ਫਲਾਣਿਆ ਮੁਖਤਾਰਿਆ ਗੱਲ ਵੱਧ ਗਈ ਆਕਬ ਭਾਈ, ਇਹਦੇ ਜਦੋਂ ਮੁਖਤਾਰੇ ਦੀ ਗੱਲ ਵੱਧ ਜਾਣੀ ਹੈ ਨਾ ਫਿਰ ਕਿਸੇ ਹਸਪਤਾਲ ਨੇ ਹੱਥ ਨਹੀਂ ਪਾਣਾ, ਠੀਕ ਹੈ। ਅੱਲਾਹ ਤੁਹਾਨੂੰ ਮੈਨੂੰ ਔਰ ਵੈਰੀ ਦੁਸ਼ਮਣ ਨੂੰ ਵੀ ਉਹ ਨੋਬਤ ਦੇ ਉੱਤੋਂ ਬਚਾਏ ਜਦੋਂ ਕਹਿੰਦੇ ਨੇ ਨਾ ਸਿਆਲਕੋਟ 'ਚ ਅਕਸਰ ਇਹਨੂੰ ਇਹ ਲਾਹੌਰ ਲੈ ਆਇਓ, ਠੀਕ ਹੈ। ਇਹ ਉਂਝ ਦੀ ਸਿਚੁਏਸ਼ਨ ਆਕਬ ਭਾਈ ਬਣ ਜਾਂਦੀ। ਸਭ ਤੋਂ ਖਤਰਨਾਕ ਇਹਦੇ 'ਚ ਮੈਂ ਇਹ ਗੱਲ ਵੇਖੀ ਏ ਕਿ ਜਦੋਂ ਇਸ ਬਿਮਾਰੀ ਦੇ ਵਿੱਚ ਬੰਦਾ ਕਿਸੇ ਡਾਕਟਰ ਕੋਲ ਜਾਂਦਾ ਹੈ ਨਾ, ਬੰਦੇ ਦੇ ਤੇ ਜ਼ਿਹਨ 'ਚ ਹੁੰਦਾ ਕਿ ਯਾਰ ਠੀਕ ਹੈ ਦਵਾਈ ਖਾਵਾਂਗਾ ਠੀਕ ਹੋ ਜਾਵਾਂਗਾ, ਜਦੋਂ ਡਾਕਟਰ ਅੱਗੋਂ ਨੂੰ ਕਹਿੰਦੇ ਨੇ ਕਿ ਇਹਦਾ ਇਲਾਜ ਹੀ ਨਹੀਂ, ਫਿਰ ਉਹਦਾ ਅਸਲ ਮੂੰਹ ਵੇਖਣ ਵਾਲਾ ਹੁੰਦਾ ਕਿ ਯਾਰ ਅਸੀਂ ਤੇ ਇਹਨੂੰ ਅੱਜ ਤੱਕ ਸਮਝਿਆ ਹੀ ਕੁਝ ਨਹੀਂ। ਇੰਜ ਹੀ ਤੁਹਾਡੇ ਨਾਲ ਹੋਇਆ ਸੀ ਨਾ, ਜਦੋਂ ਤੁਹਾਨੂੰ ਡਾਕਟਰ ਕੋਲੋਂ ਪਤਾ ਲੱਗਾ ਕਿ ਯਾਰ ਇਹਦਾ ਤੇ ਇਲਾਜ ਹੀ ਕੋਈ ਨਹੀਂ, ਫਿਰ ਤੁਸੀਂ ਮੈਨੂੰ ਦੱਸਿਆ ਕਿ ਇਹ ਬੜੀ ਖਤਰਨਾਕ ਬਿਮਾਰੀ ਹੈ। ਤੇ ਕਾਫੀ ਦਿਨਾਂ ਤੋਂ ਸਾਡੀ ਇਸ ਚੀਜ਼ ਗੱਲ ਹੋਣ ਡਈ ਸੀ ਕਿ ਯਾਰ ਆਪਣੀ ਆਡੀਅנס ਦੇ ਨਾਲ ਵੀ ਸ਼ੇਅਰ ਕੀਤਾ ਜਾਏ, ਚਲੋ ਸਦਕਾ ਜਾਰੀਆ ਸਮਝ ਕੇ ਸਹੀ। ਆਕਬ ਭਾਈ ਮਜ਼ੀਦ ਮੈਂ ਦੋਸਤਾਂ ਨੂੰ ਐਸੇ ਵੀਡੀਓ ਦੇ ਵਿੱਚ ਐਜ਼ ਅ ਪ੍ਰੂਫ, ਐਜ਼ ਅ ਸਬੂਤ ਆਪਣੀਆਂ ਗੱਲਾਂ ਦਾ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਰਹੀ ਹੈ ਤੇ ਲੰਬੀ ਨਹੀਂ ਹੁਣ ਕਰਾਂਗੇ, ਤੇ ਦੁਨੀਆ ਦੀ ਜਦੀਦ ਤਰੀਨ ਸਾਇੰਸ AI ਦੇ ਨਾਲ ਮੈਂ ਆਕਬ ਭਾਈ ਗੱਲ ਕਰਾਨਾ ਲਾਈਵ ਵੀਡੀਓ ਦੇ ਵਿੱਚ, ਔਰ ਤੋਂ ਮੈਂ ਕੁਐਸਚਨ ਕਰਨਾ ਔਰ ਇਹੋ ਹੀ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਉਹਦੇ ਕੋਲੋਂ ਵੀ ਲੈ ਕੇ ਦੇਣਾ, ਔਰ ਤੁਹਾਨੂੰ ਪਤਾ ਲੱਗੇਗਾ ਕਿ ਮੇਰੀਆਂ ਗੱਲਾਂ ਕਿੰਨੇ % ਅਥੈਂਟਿਕ ਸਨ, ਠੀਕ ਹੈ ਦੋਸਤੋ। ਅਗਰ ਤੁਸੀਂ ਐਂਡ ਦੇ ਉੱਤੇ ਜਾ ਕੇ ਮੇਰੇ ਕੋਲੋਂ ਪੁੱਛਣਾ ਚਾਹੁੰਦੇ ਹੋ ਕਿ ਸਾਰੀ ਵੀਡੀਓ ਦਾ ਖੁਲਾਸਾ ਕੀ ਹੈ, ਉਹ ਇਹ ਵੇ ਕਿ ਦੋਸਤੋ ਇਹ ਬਿਮਾਰੀ ਹਰ ਬੰਦੇ ਨੂੰ ਨਹੀਂ ਹੁੰਦੀ। ਦੂਸਰੀ ਗੱਲ ਇਹ ਵੇ ਕਿ ਇਹ ਸਾਲ ਡੇਢ 2-15 ਦਿਨਾਂ 'ਚ ਬੰਦਾ ਨਹੀਂ ਮਾਰ ਛੱਡਦੀ। ਤੀਸਰੀ ਗੱਲ ਇਹ ਵੇ ਕਿ ਹਾਂ ਇਹ ਜਿਹਨੂੰ ਹੋਈਏ ਉਹਦੇ ਲਈ ਬਹੁਤ ਖਤਰਨਾਕ ਵੀ ਹੋ ਸਕਦੀ ਹੈ, ਘੱਟ ਖਤਰਨਾਕ ਵੀ ਹੋ ਸਕਦੀ ਹੈ। ਜਿਹਨੂੰ ਹੋਈਏ ਉਹਦਾ ਆਪਣਾ ਬਚਾਓ ਕਰਨਾ, ਚਾਹੇ ਉਹ ਕਬੂਤਰ ਛੱਡ ਸਕਦਾ ਹੈ ਤੇ ਆਕਬ ਭਾਈ ਇਸ ਤੋਂ ਚੰਗੀ ਫਿਰ ਕੋਈ ਗੱਲ ਨਹੀਂ। ਉਹਨੂੰ ਡਾਕਟਰ ਵੀ ਕਹਿਣਗੇ ਜਿਵੇਂ ਮੈਨੂੰ ਕਿਹਾ ਸੀ, ਠੀਕ ਹੈ, ਕਿ ਕਬੂਤਰ ਛੱਡ ਦਿੱਤੇ ਜਾਣ। ਨਹੀਂ ਛੱਡ ਸਕਦੇ, ਤੁਹਾਡਾ ਕੰਮ ਹੈ, ਕਾਰੋਬਾਰ ਹੈ, ਜਾਂ ਪਿੱਛੇ ਟਾਈਮ ਬੜਾ ਜਿਹਾ ਕੱਢਿਆ ਜੇ, ਠੀਕ ਹੈ, ਤੇ ਨਹੀਂ ਅਵੋਇਡ ਕਰ ਸਕਦੇ ਨਾ, ਤੇ ਫਿਰ ਭਾਈ ਕਮ ਅਜ਼ ਕਮ ਆਪਣੀ ਸੇਫਟੀ ਜ਼ਰੂਰ ਕਰੋ, ਠੀਕ ਹੈ। ਆਕਬ ਭਾਈ ਬਿਲਾ ਵਜ੍ਹਾ ਜਿਹੜਾ ਤੁਸੀਂ ਖੁੱਡੇ ਦੇ ਵਿੱਚ ਬਹਿ ਰਹਿਣਾ, ਉਹ ਭੋਰੇ ਕਰਨ ਦੇ ਹੋ ਜਾਂ ਕੁਛ ਕਰਨ ਦੇ ਹੋ ਜਾਂ ਕਿਸੇ ਤਰੀਕੇ ਕਰਦਾ, ਯਾਰ ਇਹ ਮੈਨੇਜੇਬਲ ਹੈ। ਬਾਹਰ ਭੋਰੇ ਨਹੀਂ ਹੁੰਦੇ, ਬਾਹਰ ਬਹਿ ਕੇ ਨਹੀਂ ਉਹ ਸਾਰਾ ਕੰਮ ਹੋ ਸਕਦਾ, ਠੀਕ ਹੈ। ਖੁੱਡੇ 'ਚ ਗੈਰ ਜ਼ਰੂਰੀ ਆਪਣਾ ਦਾਖਲਾ ਦੋਸਤੋ ਬੰਦ ਕਰ ਦਿਓ, ਉਹਦੇ ਨਾਲ ਵੀ ਤੁਹਾਡੇ ਕੋਲ 5% 10% ਚਾਂਸਸ ਜਿਹੜੇ ਨੇ ਉਹ ਰਿਡਿਊਸ ਹੋ ਜਾਣਗੇ, ਘਟ ਜਾਣਗੇ। ਅਗਲੀ ਗੱਲ, ਕਦੀ ਵੀ ਦੋਸਤੋ ਜਦੋਂ ਖੁੱਡੇ ਦੀ ਸਫਾਈ ਦਾ ਟਾਈਮ ਹੈ, ਉਹ ਤੁਹਾਡਾ ਮੁਲਾਜ਼ਮ, ਤੁਹਾਡਾ ਬੰਦਾ ਜਾਂ ਤੁਸੀਂ ਖੁਦ ਜਾਂ ਜਿਹੜਾ ਵੀ ਕਰ ਰਿਹਾ, ਦੋ ਹੀ ਹੱਲ ਜੀ, ਜਾਂ ਤੁਸੀਂ ਉੱਥੇ ਪਾਏ ਨਾ ਜਾਵੋ, ਜੇ ਉੱਥੇ ਤੁਸੀਂ ਪਾਏ ਜਾਵੋ ਤੇ ਤੁਹਾਡਾ ਡਬਲ ਟ੍ਰਿਪਲ ਮਾਸਕ ਹੋਇਆ ਆਕਬ ਭਾਈ, ਸਭ ਤੋਂ ਬਿਹਤਰ ਹੈ ਕਿ ਤੁਸੀਂ ਉੱਥੇ ਮੌਜੂਦ ਹੀ ਨਾ ਹੋ, ਠੀਕ ਹੈ। ਤੇ ਜਿਹੜਾ ਲਾਇਆ ਜੀ ਉਹਨੂੰ ਵੀ ਜ਼ਰਾ ਪਰਨਾ ਪੁਰਨਾ ਬਲੇਟ ਕੇ ਲਾਓ ਆਕਬ ਭਾਈ, ਜਦੋਂ ਇਹ ਹਰ ਬੰਦੇ ਨੂੰ ਹੁੰਦੀ ਕੋਈ ਨਹੀਂ। ਹੁਣ ਮੈਨੂੰ ਹੈ ਤੇ ਯਾਰ ਜ਼ਰੂਰੀ ਫਾਇਲ ਲੱਗਾ ਵਾ ਮੈਂ ਕਿ ਮੈਂ ਹੀ ਖੁੱਡਾ ਸਾਫ਼ ਕਰਨਾ, ਮੇਰਾ ਯਾਰ ਇਹ ਦੋਸਤ ਆਕਬ ਆਇਆ, ਮੈਂ ਕਹਿੰਦਾ ਯਾਰ ਆਕਬ 2 ਮਿੰਟ ਦੇ ਵਿੱਚ ਸਕ੍ਰੈਪਰ ਮਾਰ ਦੇ,
ਇਹ ਬਾਹਰ ਕੱਢ ਦੇ ਤੋੜੇ 'ਚ ਪਾ ਦੇ, ਮੈਂ ਅੱਗੋਂ ਸੁੱਟ ਲਾਂਗਾ। ਮੈਂ ਕਰ ਸਕਦਾ ਨਾ ਦੋਸਤੋ, ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ। ਅਵਾਇਡ ਕਰਨਾ ਆਕਬ ਭਾਈ ਖੁੱਡੇ ਦੀ ਸਫਾਈ ਨੂੰ ਹਰ ਸੂਰਤ। ਇੱਕ ਹੋਰ ਬੜੀ ਅਹਿਮ ਗੱਲ ਹੈ ਆਕਬ ਭਾਈ, ਸਾਡੇ ਅਕਸਰ ਵੀਰ ਭਰਾ ਜਿਹੜੇ ਨੇ ਨਾ ਉਹ ਬਿਨ ਸੋਚਿਆਂ ਇੰਝ ਦੀ ਹਰਕਤ ਕਰਦੇ ਨੇ। ਬੈਠੇ ਹੁਣ ਇੰਨੀ ਦੇਰ ਮੈਂ ਕਬੂਤਰ ਫੜਿਆ ਭਾਈ, ਤੁਹਾਨੂੰ ਪਤਾ ਨਾ ਇਹਨੇ ਪਾਣੀ ਛੱਡਣਾ, ਮੇਰੇ ਹੱਥਾਂ ਨੂੰ ਲੱਗਣਾ ਤੇ ਘੜੀਕ ਨੂੰ ਮੈਂ ਇਸੇ ਇੰਟਰਵਿਊ ਦੇ ਵਿੱਚ ਬੈਠਾ ਹੀ ਹੈ ਬਿਸਕਿਟ ਖਾਣਾ ਸ਼ੁਰੂ ਕਰ ਦਿੰਦਾ ਤੇ ਕੋਈ ਵਾਇਰਸ ਕੋਈ ਜਰਾਸੀਮ ਮੇਰੇ ਹੱਥ ਦੇ ਉੱਤੇ ਨਹੀਂ ਲੱਗਾ ਆਕਬ ਭਾਈ। ਭਾਈ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਉਹ ਕਾਮਨ ਹੁੰਦੀ ਜੇ ਉਹ ਜਿਹੜੀ ਹੈਪਾਟਾਈਟਸ ਹੈ, ਸਾਰਾ ਕੁਝ ਹੀ ਹੈ ਨਾ, ਠੀਕ ਹੈ। ਤੇ ਆਕਬ ਭਾਈ ਇਹਨਾਂ ਛੋਟੀਆਂ ਸੇਫਟੀ ਟਿਪਸ ਤੇ ਇਹਨਾਂ ਗੱਲਾਂ ਦਾ ਸਿਰਫ ਮਕਸਦ ਦੋਸਤੋ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਵੇ, ਸਿਰਫ ਮੇਰੇ ਭਰਾ ਬਚ ਸਕਣ। ਜਿਨ੍ਹਾਂ ਨੂੰ ਹੈ ਉਹ ਅਵਾਇਡ ਕਰਨਾ ਸ਼ੁਰੂ ਕਰ ਦਿਓ ਅੱਜ ਤੋਂ ਹੀ, ਜਿਨ੍ਹਾਂ ਨੂੰ ਨਹੀਂ ਹੈ ਉਹ ਲੱਖ ਕਰੋੜ ਸ਼ੁਕਰ ਕਰਕੇ ਤੇ ਆਪਣੀ ਆਕਬ ਭਾਈ ਸੇਫਟੀ ਪ੍ਰੀਕਾਸ਼ਨ ਦੇ ਤੌਰ ਤੇ ਹੀ ਨਾ ਉਹ ਘੱਟ ਟਾਈਮ ਦੇਣ, ਠੀਕ ਹੈ। ਯਾਰ ਮਾਸਕ ਲਾ ਕੇ ਆਣਾ, ਹਾਂ ਮਾਸਕ ਲਾ ਕਿੰਨਾ ਲਓ ਕੁ ਯਾਰ, ਵੀ ਟਾਈਮ ਲੱਗ ਜਾਂਦਾ 10 ਰੁਪਈਆ ਦਾ ਮਾਸਕ ਦੋਸਤੋ, 300 ਰੁਪਏ ਦੇ ਮਾਸਕ ਅਗਰ ਤੁਸੀਂ ਡੇਲੀ ਵੀ ਬਦਲੋ। ਅਗਰ ਕੁਛ ਨਹੀਂ ਲਾ ਸਕਦੇ ਤੇ ਯਾਰ ਇਹ ਤੇ ਲਾ ਸਕਦੇ ਹੋ। ਸਫਾਈ ਟਾਈਮ ਪਰਾਂ ਤੇ ਹੋ ਸਕਦੇ ਹੋ, ਸਫਾਈ ਜਿਹੜਾ ਅਵਾਇਡ ਤੇ ਕਰ ਦੂਸਰਾ ਸਕਦੇ ਜਿਹੜਾ ਜ਼ਿਆਦਾ ਸੇਫਟੀ ਕਰਦਾ ਉਹ ਵੀ ਕੋਈ 1000-1500 ਦਾ ਤੇ ਹੈ ਨਹੀਂ ਜੀ। ਮਾਸਕ ਜਿਹੜਾ ਅੱਛਾ ਏ। ਅੱਛਾ ਭਾਈ ਉਹ ਵੀ 3 ਤੇ 350 ਤੱਕ ਆਕਬ ਭਾਈ ਮਿਲ ਜਾਂਦਾ ਹੈ, ਠੀਕ ਹੈ। ਔਰ ਉਹ ਬਾਰ-ਬਾਰ ਧੋ ਕੇ ਵੀ ਲੱਗ ਸਕਦਾ ਹੈ, ਧੋ ਕੇ ਵੀ ਲੱਗ ਸਕਦਾ ਹੈ, ਠੀਕ ਹੈ। ਵਾਸ਼ੇਬਲ ਮਾਸਕ ਹੁਣ ਅਵੇਲੇਬਲ ਨੇ, ਉਹ ਲੱਗ ਸਕਦਾ ਹੈ। ਤੇ ਦੋਸਤੋ ਉਮੀਦ ਕਰਨਾ ਕਿ ਮੇਰੇ ਭਰਾਵਾਂ ਨੂੰ ਮੇਰੀ ਵੀਡੀਓ ਬਹੁਤ ਚੰਗੀ ਲੱਗੇਗੀ। ਮੈਂ ਇਹ ਵੀਡੀਓ ਇਹ ਸੋਚ ਕੇ ਇਹ ਜਾਣ ਕੇ ਬਣਾਉਣ ਡਿਆ ਵਾਂ ਕਿ ਦੋਸਤੋ ਬੜਿਆਂ ਥਾਵਾਂ ਤੇ ਇਹਦੇ ਤੇ ਲਾਫਿੰਗਸ ਹੋਣੀਆਂ ਨੇ। ਵੇਖੋ ਉਹ ਨਵਾਂ ਸਟੰਡ ਲੱਗ ਗਿਆ, ਓਏ ਉਹ ਇੰਜ ਹੋ ਗਿਆ, ਓਏ ਓਏ ਗੱਲਾਂ ਇੰਦੀਆਂ ਵਾਇਰਲ ਹੋਣ ਲਈ ਕਰ ਦਿੱਤੇ ਜਾਂਦੇ ਨੇ। ਦੋਸਤੋ ਹਰ ਬੰਦੇ ਦੀ ਨੀਅਤ ਖੁਦਾ ਜਾਣਦਾ, ਮੇਰੇ ਦਿਲ 'ਚ ਕੀ ਹੈ ਤੁਸੀਂ ਨਹੀਂ ਜਾਣਦੇ। ਜਿਹੜੇ ਇਹਦੇ ਵਿੱਚੋਂ ਇਸ ਰਗੜੇ 'ਚੋਂ ਗੁਜ਼ਰਦੇ ਨੇ ਵੀ ਉਹਨਾਂ ਨੂੰ ਪਤਾ ਹੋਏਗਾ ਕਿ ਯਾਰਾ ਸਹੀ ਆਕਬ ਕਹਿ ਭਾਈ ਰਿਹਾ ਬੰਦਾ। ਤੁਸੀਂ ਮੈਨੂੰ ਟੂ ਦੀ ਪੁਆਇੰਟ ਵਾਪਸ ਲੈ ਆਂਦਾ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਮੈਂ ਬਹੁਤ ਸਿਆਂ ਨੂੰ ਜਾਣਨਾ ਔਰ ਬਹੁਤ ਜ਼ਿਆਦਾ ਆਡੀਅנס ਮੇਰੀ ਜਿਹੜੀ ਅੱਜ ਇਹ ਵੀਡੀਓ ਵੇਖੇਗੀ ਆਕਬ ਭਾਈ, ਉਹਨਾਂ ਨੂੰ ਪਤਾ ਲੱਗੇਗਾ ਕਿ ਇੰਜ ਹੁੰਦਾ ਹੈ, ਇੰਜ ਬੀਤਦੀ ਏ, ਇੰਜ ਫਲਾਣੇ ਨਾਲ ਹੋਇਆ ਸੀ ਔਰ ਉਹਨੂੰ ਇੰਜ ਸਾਹ ਦੀ ਤਕਲੀਫ ਹੋ ਗਈ ਸੀ ਔਰ ਉਹਦਾ ਐਂਡ ਇਸ ਤਰ੍ਹਾਂ ਹੋਇਆ ਸੀ, ਠੀਕ ਹੈ। ਤੇ ਇਸ ਚੀਜ਼ ਦਾ ਐਂਡ ਹੀ ਦੋਸਤੋ ਕਰ ਦਵੋ ਹਾਂ ਕਿ ਤੁਸੀਂ ਇਹਦੇ ਕੋਲੋਂ ਆਪਣੀ ਸੇਫਟੀ ਕਰੋ ਪ੍ਰੋਪਰ। ਹਾਂ ਆਕਬ ਭਾਈ ਬੰਦ ਖੁੱਡੇ ਕਮਰੇ ਦੇ ਨਾਲੋਂ ਤੁਹਾਡੀ ਇਹ ਹਵਾਦਾਰ ਜਗ੍ਹਾ ਤੇ ਜਿਵੇਂ ਅਸੀਂ ਇੱਥੇ ਬੈਠੇ ਆ, ਇੱਥੇ ਕੋਈ ਮਿਨੀਮਮ ਅੱਧੀ ਸੇਫਟੀ ਤੇ ਯਾਰ ਹੈ ਨਾ, ਠੀਕ ਹੈ। ਕੁਝ ਹਜ਼ਰਾਤ ਬਾਹਰ ਆ ਰਹੇ ਹੋਣਗੇ, ਸਾਨੂੰ ਮੁਤਾਸਰ ਕਰ ਰਹੇ ਹੋਣਗੇ, ਸਾਡਿਆਂ ਕੱਪੜਿਆਂ ਵਗੈਰਾ ਤੇ ਪੈ ਜਾਂਦੇ ਨੇ, ਬਾਡੀ ਤੇ ਪੈ ਜਾਂਦੇ ਨੇ, ਸਿਰ 'ਚ ਪੈ ਜਾਂਦੇ ਨੇ, ਲੇਕਿਨ ਬਹੁਤ ਹੱਦ ਤੱਕ ਅਸੀਂ ਸਾਂਸ ਆਜ਼ਾਦ ਫਜ਼ਾ 'ਚ ਲੈ ਰਹੇ ਹਾਂ। ਤੇ ਜੇ ਇਹੋ ਹੀ ਅਸੀਂ ਇੱਕ ਬੰਦ ਮਾਹੌਲ 500 ਕਬੂਤਰ ਡੱਕ ਕੇ ਆਕਬ ਭਾਈ ਵਿੱਚ ਬਵਾਂਗੇ ਤੇ ਕੋਈ ਠਾਪਾ ਮਾਰ ਕੇ ਇੱਧਰ ਨੂੰ ਜਾ ਰਿਹਾ, ਕੋਈ ਇੱਧਰ ਨੂੰ ਜਾ ਰਿਹਾ, ਠੀਕ ਹੈ, ਫਿਰ ਮਾਹੌਲਜ਼ਾਰੀ ਗੱਲ ਹੈ ਕਿ ਉਹ ਤੇ ਮੋਸਨ ਭਾਈ ਉਹ ਲੋਈ ਨੱਕ 'ਚ ਵੀ, ਮੂੰਹ 'ਚ ਵੀ, ਕੰਨਾਂ 'ਚ ਵੀ, ਉਹ ਹਰ ਜਗ੍ਹਾ ਹੀ ਫਿਰ ਜਾਂਦੀ ਹੈ ਕਿਉਂਕਿ ਬੰਦ ਜਗ੍ਹਾ ਹੈ। ਆਕਬ ਭਾਈ ਜਿਹਨੂੰ ਲੱਗਦਾ ਨਾ ਕਿ ਨਹੀਂ ਜਾਂਦੀ ਮੇਰੇ ਭਰਾ ਨੂੰ, ਉਹ ਅੱਜ ਸੋਏ ਨਾ, ਠੀਕ ਹੈ, ਅੱਜ ਕਬੂਤਰਾਂ ਦਾ ਕੰਮ ਸ਼ਮ ਕੀਤਾ ਹੋ, ਅੱਜ ਸੋਏ ਨਾ ਤੇ ਸਵੇਰ ਉੱਠ ਕੇ ਥੋੜੀ ਜੀ ਇੰਨੀ ਕੁ ਜਿਹੜਾ ਨਾ ਉਹ ਤਕੱਲਫ ਕਰ ਲੇ, ਇੰਨੀ ਕੁ ਤਕਲੀਫ ਕਰ ਲੇ ਕਿ ਜਰਾ ਨੱਕ 'ਚ 2-3 ਵਾਰੀ ਪਾਣੀ ਪਾ ਕੇ ਨਾ ਤਾਂ ਨੂੰ ਖਿੱਚ ਕੇ ਤੇ ਜਿਹਨੂੰ ਸੁਣਕੀ ਕਹੀਦਾ ਨਾ ਨੱਕ ਵਾਪਸ ਸੁਣਤ ਤੇ ਸਹੀ, ਤੈਨੂੰ ਆਪ ਪਤਾ ਲੱਗ ਜਾਏਗਾ ਜਦੋਂ ਏਡੇ ਏਡੇ ਢੇਲੇ ਬਾਹਰ ਆਏ ਕਿ ਯਾਰ ਹੈ ਤੇ ਮੇਰੇ ਨੱਕ 'ਚ ਇੰਨਾ ਕੁਝ ਗਿਆ ਜਿਹੜਾ ਕਿ ਅੱਲਾ ਦੇ ਦਿੱਤੇ ਹੀ ਫਿਲਟਰਾਂ ਨੇ ਬਲੌਕ ਕਰ ਲਿਆ ਸੀ, ਰੁਕ ਗਿਆ ਸੀ ਅੱਗੇ, ਔਰ ਉਹ ਵੀ ਜਾਣਾ ਹੀ ਜਾਣਾ ਸੀ ਜੇ ਤੁਸੀਂ ਨਾ ਨੱਕ ਸਾਫ਼ ਕਰਦੇ ਤੇ। ਲੇਕਿਨ ਅਗਰ ਤੁਸੀਂ ਪ੍ਰੋਪਰ ਨਾ ਕੀਤਾ ਹੁੰਦਾ ਤੇ ਫਿਰ ਭਾਈ ਉਹ ਅੱਗੇ ਹੀ ਜਾਣਾ ਸੀ, ਤੇ ਅਗਰ ਕਰ ਲਿਆ ਤੇ ਉਹ ਬਾਹਰ ਆ ਗਿਆ ਤੇ ਇਹਦਾ ਮਤਲਬ ਹੈ ਕਿ ਤੁਸੀਂ ਅਵਾਇਡ ਕਰੋ। ਆਕਬ ਭਾਈ ਸਿੰਪਲ ਬੇਨਤੀ ਰਿਕੁਐਸਟ ਹੱਥ ਜੋੜ ਕੇ ਭਰਾਵਾਂ ਅੱਗੇ ਇਹ ਵੇ ਕਿ ਯਾਰ ਆਪਣੀ ਤੇ ਦੂਸਰਿਆਂ ਦੀ ਸੇਫਟੀ ਵਾਸਤੇ ਦੋਸਤੋ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿ ਕੋਈ ਕਬੂਤਰ ਪਰਵਰ ਦੋਸਤੋ ਇੰਜ ਦਾ ਨਾ ਰਹੇ ਜਿਹਨੂੰ ਇਹ ਸੇਫਟੀ ਮਈਰ ਇਹ ਅਸੂਲ ਇਹ ਗੱਲਾਂ ਦਾ ਨਾ ਪਤਾ ਹੋਏਗਾ। ਕਹਿੰਦੇ ਨੇ ਕਿ ਮਸ਼ਵਰਾ ਕੰਧ ਕੋਲੋਂ ਵੀ ਲੈ ਲਈਦਾ। ਆਕਬ ਭਾਈ ਗੁਜ਼ਾਰਿਸ਼ ਇਹ ਵੇ ਕਿ ਚਲੋ ਅੱਜ ਕੋਈ ਇੱਕ ਤੇ ਕਿਸੇ ਨੂੰ ਮੇਰੀ ਲੱਗੇਗੀ ਨਾ ਗੱਲ, ਕਿਸੇ ਇੱਕ ਗੱਲ ਦਾ ਕਿਸੇ ਇੱਕ ਪੁਆਇੰਟ ਦਾ ਤੇ ਮੇਰੇ ਦੋਸਤਾਂ ਨੂੰ ਸਮਝ ਆ ਹੀ ਗਈ ਹੋਏਗੀ ਨਾ, ਤੇ ਯਾਰ ਵਾਦੀਆਂ ਡਾਕਟਰਾਂ ਕੋਲ ਪੁੱਛ ਲਿਓ, ਵਾਦੀਆਂ ਕਿਸੇ ਹੋਰ ਕੋਲੋਂ ਜਾ ਕੇ ਪੁੱਛ ਲਿਓ। ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਦਿਲੋਂ ਜਾਨਣਾ ਪਸੰਦ ਆਈ ਹੋਏਗੀ। ਅਗਰ ਵਾਕਿਆ ਹੀ ਆਈ ਹੋਏ ਤੇ ਦੋਸਤੋ ਮੇਰਾ ਇਹ ਪੈਗਾਮ, ਮੇਰੀ ਇਹ ਕੋਸ਼ਿਸ਼ ਪਾਕਿਸਤਾਨ ਦੇ ਹਰ ਕਬੂਤਰ ਪਰਵਰ ਤੱਕ ਪਹੁੰਚਾ ਦਿਓ। ਤੁਸੀਂ ਆਰਾਮ ਨਾਲ ਦੱਸੋ ਕਿ ਕਿਸ ਚੀਜ਼ ਦੇ ਸਬੂਤ ਚਾਹੀਦੇ ਨੇ, मैं पूरी कोशिश करूंगा कि किसी तरीके नाल मदद कर सका। अच्छा, क्या आप मुझे सुन पा रहे हैं? हाँ, मैं आपको बिल्कुल साफ और अच्छी तरह सुन पा रहा हूँ। अच्छा, आपकी आवाज मैं एक्चुअली अपने दोस्तों के लिए, अपने कबूतर परवर दोस्तों के लिए एक आगाही की एक इन्फॉर्मेटिव वीडियो बना रहा हूँ
तो मुझे उसके लिए आपको एज ए प्रूफ वीडियो में लाना पड़ा है। मुझे ये बताएं कि ये जो कबूतर परवर हजरात होते हैं इनको कौन कौन सी बीमारियां जो हैं वो अफेक्ट कर सकती हैं, स्पेशली जो ब्रीडिंग लेते हैं अपने कबूतरों से उनको, जैसे कि HP है और जैसे कि बर्ड फैंसियर लंग्स है, ये हैं। इन चीज़ों के बारे में थोड़ा सा तारफ़ दें, फिर मज़ीद तफसील में जाते हैं। बिल्कुल, मैं समझ गया आपका सवाल। ये जो कबूतर परवर होते हैं इनसे वाकई कुछ खास बीमारियां जुड़ी होती हैं, जैसे कि HP, हाइपर सेंसिटिविटी न्यूमोनाइटिस और गर्ड फैंसियर लंग। मैं आपको इनका एक छोटा सा तारुफ दे देता हूँ ताकि हम फिर आगे डिटेल में जा सकें। जी जी बोलें, बताएं। पालने वाले लोग होते हैं उनको कुछ खास रेस्पिरेटरी प्रॉब्लम्स हो सकती हैं, जैसे कि बर्ड फैंसियर लंग, जो असल में एक तरह की हाइपर सेंसिटिविटी न्यूमोनाइटिस है। तो चलिए इसके बारे में थोड़ा डिटेल में बात करते हैं। ये जो बर्ड फैंसियर लंग या HP होती है ना, ये आसान ज़बान में समझें तो बेसिकली कबूतरों के पंख और उनके ड्रॉपिंग्स से जो पार्टिकल्स हवा में आते हैं उनसे होती है। इसमें आपके रेस्पिरेटरी सिस्टम को इरिटेशन होती है। यानी मैं अगर आसान करूँ अपने ऑडियंस के लिए, तो आपने समझाया है कि ये कबूतर परवर हजरात को ये बीमारी लग सकती है कबूतरों के पंख से, यानी बर्ड फीदर से, और साथ में ये लग सकती है उनकी ड्रॉपिंग यानी उनकी बीट से ये बीमारी लग सकती है। बिल्कुल सही समझे आपने बिल्कुल ठीक समराइज किया। ये जो बीमारी है वो कबूतरों के पंख और उनके ड्रॉपिंग से ही होती है। तो ऐसे ही अगर आप अपने ऑडियंस को समझा रहे हैं तो आप बिल्कुल सही रास्ते पे हैं। अच्छा, एक मेरी और बात की आप तस्दीक कर दें कि ये बीमारी बिल्कुल नाकाबिले इलाज है ना, और इरिवर्सिबल है ना। अगर ये बहुत ज़्यादा पेचीदा हो जाए और बढ़ जाए, लेटर स्टेजेस में चली जाए, हाँ, पहले इसको अवॉइड किया जा सकता है, पहले इससे बचा जा सकता है, और एक्यूट हालत में इससे पीछे भी जाया जा सकता है। हाँ बिल्कुल, मैं तस्दीक कर देता हूँ। ये जो बीमारी है इससे पहले अवॉइड भी किया जा सकता है, और अगर इनिशियल स्टेजेस में हो तो इसको रिवर्स भी किया जा सकता है। लेकिन अगर ये बहुत आगे बढ़ जाए, लेट स्टेजेस में चली जाए, तो फिर ये इरिवर्सिबल हो सकती है। तो पहले से ही बचाव करना बेहतर है। आप बिल्कुल सही जा रहे हैं। अच्छा, मुझे फाइनल ये बता दें कि ये कितना डरावना है, ये कितनी डर वाली चीज़ है, और क्या कबूतर परवर हजरात को इससे ज़रूर आगाह होना चाहिए? क्या हर कबूतर पालने वाले बंदे को ये बातें ज़रूर पता होनी चाहिए? हाँ बिल्कुल, ये जानना जरूरी है। देखिए, ये इतनी डरावनी चीज नहीं है कि आप कबूतर ही ना पाले, पर हाँ आपको थोड़ा सा कोशिश रहना चाहिए, क्योंकि अगर आप इसके बारे में अवेयर हैं तो आप प्रिवेंटिव मेजर्स ले सकते हैं और किसी भी मुश्किल को बच सकते हैं। तो हाँ, हर कबूतर पालने वाले को ये बात पता होनी चाहिए। और ये हर कबूतर पालने वाले को होती भी नहीं है, ये उन लोगों को आती है जिनका जो क़ुव्वत मुदाफ़त का निज़ाम है वो ओवर रिएक्ट करता है। ये उन लोगों को आती है, लेकिन ये जिनको आती है उनको फिर मस्ट अवॉइड करना चाहिए। क्या मैं ठीक हूँ? हाँ, आप बिल्कुल ठीक समझ रहे हैं। ये हर किसी को नहीं होती, बस जिन लोगों का इम्यून सिस्टम ज्यादा सेंसिटिव होता है उन्हें ये हो सकती है। और अगर किसी को हो जाए तो हाँ, उसको फिर डेफिनेटली अवॉइड करना चाहिए। आप बिल्कुल सही जा रहे हैं। आप इसका डरावनापन बताएं कि अगर किसी को ये हो जाती है और वो इग्नोर करता जा रहा है और कबूतरों में टाइम गुजारता जा रहा है, कोई सेफ्टी नहीं कर रहा, मास्क नहीं लगा रहा, कोई प्रॉपर जो है वो डॉक्टरी चेकअप नहीं ले रहा, मुआयना नहीं ले रहा, तो उसके लिए क्या क्या ख़तरात हैं? क्या उसके लंग्स फ्यूचर में ज़ाया हो सकते हैं? क्या उसको फाइब्रोसिस डेवलप हो सकता है? क्या उसकी जान जा सकती है? देखिए, अगर कोई बिल्कुल भी प्रिकॉशन ना ले और इस चीज को इग्नोर करता रहे तो हाँ, ये सीरियस हो सकता है। आगे चलकर फाइब्रोसिस डेवलप हो सकती है, लंग्स पे परमानेंट डैमेज हो सकता है, और एक्सट्रीम केसेस में हाँ, जान को भी खतरा हो सकता है। तो इसलिए सेफ्टी मेजर्स लेना बहुत ज़रूरी है। और ये जो मैं आगाही के लिए अपने दोस्तों के लिए, अपने कबूतरबाजी के जो मेरा चैनल है उसके ऑडियंस के लिए ये जो मैं स्पेशली वीडियो बना रहा हूँ और उनको आगाही दे रहा हूँ, क्या ये मेरा अच्छा स्टेप है और ये कितना ज़रूरी है? हाँ, ये बहुत ही अच्छा स्टेप है और बहुत ज़रूरी भी है। आप जो अपनी ऑडियंस को ये जानकारी दे रहे हैं, ये उनके लिए काफ़ी मददगार होगी। इस तरह की अवेयरनेस से लोग अपने और अपने कबूतरों की सेहत का बेहतर ध्यान रख सकते हैं, और साथ साथ में अपनी सेहत का भी बेहतरीन ख्याल रख सकते हैं। बिल्कुल, आपने बिल्कुल ठीक कहा।
इस तरह से आप अपने आप को भी सेफ रख सकते हैं और अपनी हॉबी भी इंजॉय कर सकते हैं बिना किसी ज़्यादा रिस्क के। जी बहुत शुक्रिया।